ਸਤਿ ਸ਼੍ਰੀ ਅਕਾਲ। ਕੀ ਹਾਲ ਪੰਜਾਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਲਾਈਵ YouTube Facebook ਤੇ ਦੇਖ ਸਕਦੇ ਹੋ ਤੇ ਦੇਸ਼ ਵਿਦੇਸ਼ ਦੇ ਵਿੱਚ ਤੁਸੀਂ ਇਸ ਸਮੇਂ ਵੀ ਇਸ ਨੂੰ ਵੇਖ ਸਕਦੇ ਹੋ। ਅਸੀਂ ਲਾਈਵ ਜਾ ਰਹੇ ਹਾਂ ਤੇ ਇੰਡੀਆ ਦੇ ਵਿੱਚੋਂ ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਨੰਬਰ ਵੀ ਇੱਕ ਫਲੈਸ਼ ਹੋ ਰਿਹਾ 0172 4102 557 ਨੰਬਰ। ਇਸ ਤੋਂ ਤੁਸੀਂ ਕਾਲ ਕਰ ਸਕਦੇ ਹੋ, ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਅਸੀਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਅੱਜ ਵੀ ਇੱਕ ਨਵਾਂ ਮੁੱਦਾ ਜੋ ਪੰਜਾਬ ਦੇ ਵਿੱਚ ਇੱਕਦਮ ਛਾਇਆ ਹੋਇਆ ਉਸ ਤੇ ਗੱਲ ਕਰਾਂਗੇ, ਖਾਸ ਕਰਕੇ ਹਿੰਦੂ ਸਿੱਖ ਨੂੰ ਲੈ ਕੇ, ਜਿਸ ਦੇ ਵਿੱਚ ਸਿਮਰਜੀਤ ਸਿੰਘ ਮਾਨ ਜੋ ਸੰਗਰੂਰ ਤੋਂ ਜਿਮਨੀ ਚੋਣ ਜਿੱਤਦੇ ਨੇ ਤੇ ਸੰਸਦ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਸਵਾਲ ਚੱਕਿਆ ਜਾਂਦਾ ਸੰਸਦ ਦੇ ਵਿੱਚ ਕਿ ਆਖਰ ਸੁਪਰੀਮ ਕੋਰਟ ਦਾ ਜੱਜ ਇੱਕ ਸਿੱਖ ਕਿਉਂ ਨਹੀਂ। ਉਸ ਤੋਂ ਬਾਅਦ ਕਿਤੇ ਨਾ ਕਿਤੇ ਕਿੰਤੂ ਪਰੰਤੂ ਹੁੰਦਾ ਹੈ ਤੇ ਉਸ ਤੋਂ ਬਾਅਦ ਕਾਂਗਰਸ ਦੇ ਜੋ ਵਿਧਾਇਕ ਨੇ ਸੁਖਪਾਲ ਖਹਿਰਾ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਵੱਡਾ ਅਫਸਰ ਭਾਵੇਂ ਉਹ ਏਜੀ ਹੈ DGP ਹੈ ਉਹ ਸਿੱਖ ਕਿਉਂ ਨਹੀਂ। ਉਸ ਦੇ ਉੱਤੇ ਉਹਨਾਂ ਦੇ ਵੱਲੋਂ ਸਿਆਸੀ ਤੀਰ ਅੰਦਾਜ਼ੀ ਕੀਤੀ ਗਈ, ਜਿਸ ਤੋਂ ਬਾਅਦ BJP ਦੇ ਸੁਭਾਸ਼ ਸ਼ਰਮਾ ਇੱਕ ਬਿਆਨ ਦਾਗਦੇ ਨੇ। ਉਹ ਕਹਿੰਦੇ ਨੇ ਜੇਕਰ ਤੁਸੀਂ ਕਹਿੰਦੇ ਹੋ ਕਿ ਸਿੱਖ ਅਫਸਰ ਕਿਉਂ ਨਹੀਂ ਤਾਂ ਇੱਕ ਹਿੰਦੂ CM ਕਿਉਂ ਨਹੀਂ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 1966 ਤੋਂ ਲੈ ਕੇ ਹੁਣ ਤੱਕ ਕੋਈ ਵੀ CM ਹਿੰਦੂ ਨਹੀਂ ਬਣਿਆ। ਇਸ ਮਾਮਲੇ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ। ਸਭ ਤੋਂ ਵੱਡਾ ਜਿਹੜਾ ਸਾਡਾ ਸਵਾਲ ਹੋਵੇਗਾ ਉਹ ਇਹੀ ਹੋਵੇਗਾ ਕਿ ਹਿੰਦੂ ਸਿੱਖੀ ਮਸਲਾ ਕੀ ਪੰਜਾਬ ਦਾ ਮੇਨ ਹੈ। ਇਸ ਦੇ ਨਾਲ ਸਾਡੇ ਨਾਲ ਵੱਖੋ-ਵੱਖ ਬੁਲਾਰੇ ਜੁੜ ਚੁੱਕੇ ਨੇ। ਸਾਡੇ ਨਾਲ ਪੋਲੀਟੀਕਲ ਐਕਸਪਰਟ ਦਲਜੀਤ ਚੀਮਾ ਜੁੜ ਚੁੱਕੇ ਨੇ, ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਐਡਵੋਕੇਟ KS ਮਠਾੜੂ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਤੇ ਮਨਜੀਤ ਸਿੰਘ ਕੋਟਫੱਤਾ ਕਾਂਗਰਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਕੋਈ ਵੀ ਸਪੋਕਸਪਰਸਨ ਨਹੀਂ ਪਹੁੰਚਿਆ। ਜਦੋਂ ਆ ਜਾਏਗਾ ਤਾਂ ਉਦੋਂ ਉਹਨਾਂ ਦਾ ਸਵਾਗਤ ਕਰ ਦਾਂਗੇ। ਸਭ ਤੋਂ ਪਹਿਲਾ ਸਵਾਲ ਮਨਜੀਤ ਜੀ ਮੈਂ ਤੁਹਾਨੂੰ ਕਰਨਾ ਚਾਹਾਂਗਾ ਕਿ ਹਿੰਦੂ ਸਿੱਖ ਵਾਲਾ ਮਸਲਾ ਆਖਰ ਕਾਂਗਰਸ ਨੂੰ ਚੁੱਭ ਕਿਉਂ ਰਿਹਾ? ਨਹੀਂ ਸਰ, ਚੁਭਣ ਵਾਲੀ ਤਾਂ ਕੋਈ ਵੀ ਗੱਲ ਨਹੀਂ। ਪੰਜਾਬ ਵਿੱਚ ਸਿੱਖਾਂ ਦੀ ਬਹੁਤਾਤ ਹੈ ਤਾਂ ਓਬਵੀਅਸਲੀ ਇਹ ਫੀਲ ਹੁੰਦਾ ਕਿ ਜਿੱਥੇ ਸਿੱਖਾਂ ਦੀ ਬਹੁਤ ਗਿਣਤੀ ਆ ਉੱਥੇ ਤਾਂ ਘੱਟੋ ਘੱਟ ਸਿੱਖਾਂ ਦੇ ਨੁਮਾਇੰਦੇ ਲਗਾਏ ਜਾਣ। ਅਸੀਂ ਇਹ ਨਹੀਂ ਕਹ ਰਹੇ ਕਿ ਹਰਿਆਣੇ ਸਿੱਖ ਲਗਾਇਆ ਜਾਵੇ ਜਾਂ ਰਾਜਸਥਾਨ 'ਚ। ਅਸੀਂ ਕਦੇ ਮੰਗ ਰਹੇ ਸਿੱਖ ਹਰਿਆਣੇ 'ਚ ਵੀ ਨੇ, ਰਾਜਸਥਾਨ 'ਚ ਵੀ, ਹਿਮਾਚਲ 'ਚ ਵੀ ਨੇ। ਅਸੀਂ ਉੱਥੇ ਕਹਿ ਹੀ ਨਹੀਂ ਰਹੇ ਵੀ ਇੱਕ ਸਿੱਖ ਨੂੰ ਮੁੱਖ ਮੰਤਰੀ ਬਣਾਓ ਤੁਸੀਂ। ਜਿੱਥੇ ਜਿਸ ਧਰਮ ਦੀ ਬਹੁਤਾਤ ਦੀ ਵਸੋਂ ਹੈ ਤਾਂ ਉੱਥੇ ਸਵਾਲ ਉੱਠਦਾ ਹੀ ਉੱਠਦਾ ਹੈ ਕਿ ਸਿੱਖਾਂ ਨੂੰ ਕਿਉਂ ਨਹੀਂ ਨੁਮਾਇੰਦਗੀ ਕੀਤੀ ਜਾ ਰਹੀ। ਜਦੋਂ ਅਸੀਂ ਬਾਰਡਰ ਤੇ ਸ਼ਹੀਦੀਆਂ ਦੇਣੀ ਹੁੰਦੀ ਹੈ, ਰਾਜਨਾਥ ਸਿੰਘ ਜੀ ਜਾ ਕੇ ਜੈਕਾਰੇ ਲਗਾਉਂਦੇ ਨੇ ਸਾਡੇ ਨੌਜਵਾਨਾਂ ਤੋਂ। ਸਿੱਖ ਰੈਜੀਮੈਂਟ ਨੂੰ ਚੀਨ ਦੇ ਬਾਰਡਰ ਤੇ ਅੱਗੇ ਕੀਤਾ ਜਾਂਦਾ। ਜਦੋਂ ਸਾਨੂੰ ਹੱਕ ਦੇਣ ਦੀ ਗੱਲ ਆਉਂਦੀ ਉਦੋਂ ਸਾਨੂੰ 2% ਕਹਿ ਕੇ ਨਕਾਰ ਦਿੱਤਾ ਜਾਂਦਾ। ਤਾਂ ਜੇ ਤੁਸੀਂ ਸਾਨੂੰ ਸ਼ਹੀਦੀਆਂ ਵੀ ਲੱਗੇ ਕਰਦੇ ਹੋ ਤਾਂ ਜਦੋਂ ਅਹੁਦੇ ਵੰਡਣ ਦਾ ਵੇਲਾ ਆਉਂਦਾ ਫਿਰ ਉਦੋਂ ਸਿੱਖਾਂ ਨੂੰ ਇਹਨਾਂ ਅਹੁਦਿਆਂ ਵਿੱਚੋਂ ਮਨਫੀ ਕਿਉਂ ਕੀਤਾ ਜਾਂਦਾ? ਸਵਾਲ ਇਹ ਖੜਾ ਹੋ ਜਾਂਦਾ ਹੈ ਜਦੋਂ ਪਿਛਲੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਪਰੰਤੂ ਉਸ ਦੌਰਾਨ ਇੱਕ ਸਵਾਲ ਉੱਠਿਆ ਸੀ ਕਿ ਸੁਨੀਲ ਜਾਖੜ ਨੂੰ CM ਬਣਾਉਣਾ ਚਾਹੀਦਾ। ਉਹ ਕਹਿੰਦੇ ਨੇ ਕਿ ਮੈਨੂੰ ਲਗਭਗ 40 ਦੇ ਕਰੀਬ ਵੋਟ ਪੋਲ ਹੋਈ ਸੀ, ਜਿਹੜੇ MLA 40 ਦੇ ਕਰੀਬ ਉਹਨਾਂ ਦੇ ਨਾਲ ਸਨ। ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਅੰਬਿਕਾ ਸੋਨੀ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਇਹ ਗੱਲ ਦੱਬੀ ਜ਼ੁਬਾਨ ਦੇ ਵਿੱਚ ਕਹੀ ਗਈ ਕਿ ਹਿੰਦੂ CM ਬਣਨਾ ਚਾਹੀਦਾ ਸੀ। ਕਿ ਇਸ ਚੀਜ਼ ਨੂੰ ਐਕਸੈਪਟ ਕਰਦੇ ਹੋ ਤੁਸੀਂ? ਚਰਨਜੀਤ ਜੀ ਜਦੋਂ ਉਹਨਾਂ ਨੇ BJP ਪਾਰਟੀ ਦੇ ਵਿੱਚ ਜੁਆਇਨ ਕਰਨੀ ਸੀ, BJP ਪਾਰਟੀ, ਤਾਂ ਉਹਨੇ BJP ਵਾਲੀ ਆਈਡੀਓਲੋਜੀ ਅਪਣਾਈ। ਉਹਨਾਂ ਨੇ ਹੋਰ ਕੋਈ ਜ਼ੋਰ ਨਾ ਚੱਲਦਾ ਵੇਖਦੇ ਹਿੰਦੂ ਸਿੱਖ ਦੇ ਮੁੱਦੇ ਜਾ ਕੇ। ਤੁਸੀਂ ਦੇਖੋ ਕਿ ਜਦੋਂ ਵੀ ਰਾਜਨੀਤੀ ਆਪਦੇ ਰਾਹਾਂ ਤੋਂ ਭਟਕਦੀ ਹੈ ਜਾਂ ਜਦੋਂ ਕਿਸੇ ਵੀ ਸਟੇਟ ਦੇ ਜਾਂ ਮੁੱਦੇ ਹੱਲ ਨਹੀਂ ਹੁੰਦੇ ਜਾਂ ਰਾਜਨੀਤਿਕ ਪਾਰਟੀ ਆਦੀ ਵਿਚਾਰਧਾਰਾ ਤੋਂ ਪਾਸੇ ਹੋ ਜਾਂਦੇ ਜਾਂ ਕੋਈ ਵਿਅਕਤੀ ਵਿਸ਼ੇਸ਼ ਕਿਸੇ ਲਾਲਚ ਕਾਰਨ ਨੂੰ ਉਹਦੇ ਨਹੀਂ ਮਿਲ ਪਾਉਂਦੇ। ਬਹੁਤ ਵਾਰ ਹੁੰਦਾ ਹਿੰਦੂ ਕਿ ਸਿੱਖਾਂ ਨਾਲ ਕਿਹੜਾ ਨਹੀਂ ਹੋਇਆ, ਜਾਂ ਮੁਸਲਮਾਨਾਂ ਨੂੰ ਕਿੰਨੀ ਕੁ ਨੁਮਾਇੰਦਗੀ ਮਿਲਦੀ ਆ। ਸੋ ਜਦੋਂ ਤੁਸੀਂ ਕੋਈ ਬਹਾਨਾ ਲੱਭਦੇ ਹੋ ਤਾਂ ਫਿਰ ਤੁਸੀਂ ਧਰਮ ਦਾ ਮੁੱਦਾ ਬਣਾਉਂਦੇ ਹੋ। ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਸਵਾਲ ਉਹਨਾਂ ਪਾਰਟੀ ਨੇ ਉਹਨੂੰ ਪ੍ਰਧਾਨ ਬਣਾਇਆ, ਉਹਨਾਂ ਨੂੰ ਪਾਰਟੀ ਨੇ ਸਿਰ ਮੱਥੇ ਰੱਖਿਆ। ਰਹੇ ਕਾਂਗਰਸ 'ਚ 50 ਸਾਲ ਤੋਂ ਨੇ, ਉਹਨੇ ਫਾਦਰ ਸਾਹਿਬ ਰਹੇ। ਤੇ ਇਹ ਕਿੱਦਾਂ ਕਿਹਾ ਜਾ ਸਕਦਾ ਕਿ ਹਿੰਦੂਆਂ ਨਾਲ ਧੱਕਾ ਹੋਇਆ? ਇਹ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਜੀ ਨੇ ਇਹ ਗੱਲ ਉਠਾਈ ਸੀ ਕਿ ਸੁਨੀਲ ਜਾਖੜ ਜੀ ਨੂੰ ਤਾਂ ਨਹੀਂ ਮੁੱਖ ਮੰਤਰੀ ਬਣਾਇਆ ਕਿਉਂਕਿ ਉਹ ਹਿੰਦੂ ਸਨ। ਤਾਂ ਮੈਂ ਉਹਨਾਂ ਨੂੰ ਇੱਕ ਸਵਾਲ ਕਰਾਂਗਾ ਕਿ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ, ਪੰਜਾਬ ਦੇ ਇੰਚਾਰਜ ਨੇ ਆਮ ਆਦਮੀ ਪਾਰਟੀ ਤੋਂ, ਜਰਨੈਲ ਸਿੰਘ ਨੇ, ਪਰ ਤੁਸੀਂ ਕਦੇ ਵੀ ਨਹੀਂ ਦੇਖੋਗੇ ਕਿ ਜਰਨੈਲ ਸਿੰਘ ਜੀ ਕਿਸੇ ਫੋਟੋ 'ਚ, ਕਿਸੇ ਇਸ਼ਤਿਹਾਰ 'ਚ ਹੋਣ, ਜਾਂ ਜਰਨੈਲ ਸਿੰਘ ਜੀ ਕਿਸੇ ਫੈਸਲੇ 'ਚ ਹੋਣ, ਜਰਨੈਲ ਸਿੰਘ ਜੀ ਕਿਸੇ ਮੀਟਿੰਗ 'ਚ ਹੋਣ। ਹਰ ਜਗ੍ਹਾ ਰਾਘਵ ਚੱਡਾ ਜੀ ਹੁੰਦੇ ਨੇ। ਫਿਰ ਹੁਣ ਅਸੀਂ ਸਵਾਲ ਉਠਾਈਏ ਕਿ ਇੱਕ ਸਿੱਖ ਨੂੰ ਪਾਸੇ ਕਰਕੇ ਕਿ ਹਿੰਦੂ ਨੂੰ ਸਹਿ ਇੰਚਾਰਜ ਹੋਣ ਦੇ ਕਾਰਨ ਵੀ ਇੰਚਾਰਜ ਨੂੰ ਮਨਫੀ ਕੀਤਾ ਜਾ ਰਿਹਾ। ਉਹ ਸਿੱਖ ਨੇ, ਜਰਨੈਲ ਸਿੰਘ ਨੂੰ ਉਹਦੇ ਪਗੜੀ ਬੰਨੀ ਆ, ਦਾੜੀ ਆ। ਤਾਂ ਇਹ ਮੁੱਦਾ ਰਾਘਵ ਚੱਡੇ ਨੇ ਉਠਾਇਆ ਸੀ। ਸੁਨੀਲ ਜਾਖੜ ਜੀ ਨੇ ਅੱਗੇ BJP ਜਾਣ ਲਈ ਇਸ ਮੁੱਦੇ ਨੂੰ ਅੱਗੇ ਹੋਰ ਰੋੜ ਲਿਆ। ਬਹਾਨਾ ਤਾਂ ਕੋਈ ਚਾਹੀਦਾ ਹੀ ਸੀ ਨਾ। ਪਰੰਤੂ ਉਦੋਂ ਤਾਂ ਤੁਸੀਂ ਕਹਿੰਦੇ ਸੀ ਨਾ ਕਿ ਰਾਜਨੀਤੀ ਧਰਮ ਦੇ ਆਧਾਰ ਤੇ ਨਹੀਂ ਹੋ ਸਕਦੀ। ਅੱਜ ਤੁਸੀਂ ਕਹਿ ਰਹੇ ਹੋ ਕਿ ਸਿੱਖ ਬਹੁਤਾਨ ਦੇ ਵਿੱਚ ਉਹਨਾਂ ਨੂੰ ਅਹੁਦਾ ਮਿਲਣਾ ਚਾਹੀਦਾ।
ਸਰ ਮੈਂ ਧਰਮ ਦੇ ਆਧਾਰ ਤੇ ਕਹਿ ਨਹੀਂ ਰਿਹਾ, ਹੂੰ ਮੈਂ ਤੁਹਾਨੂੰ ਕਹਿ ਰਿਹਾ ਵੀ ਜਿੱਥੇ ਤੁਹਾਡੀ ਵਸੋਂ ਵੱਧ ਹੈ, ਚਾਹੇ ਸਿੱਖਾਂ ਦੀ ਵਸੋਂ ਵੱਧ ਆ, ਤਾਂ ਆਬਵੀਅਸਲੀ ਸਵਾਲ ਉੱਠੂਗਾ, ਹੂੰ ਕਿਉਂਕਿ ਤੁਹਾਡੀਆਂ ਭਾਵਨਾਵਾਂ ਨੂੰ ਤੁਹਾਡਾ ਆਪਣਾ ਬੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ, ਜੇ ਕਿਸਾਨ ਹੋਊਗਾ, ਜਿਵੇਂ ਚੌਧਰੀ ਚਰਨ ਸਿੰਘ ਦੀ ਗੱਲ ਕਰਦੇ ਹਾਂ ਅਸੀਂ, ਉਹ ਜਦੋਂ ਪ੍ਰਧਾਨ ਮੰਤਰੀ ਬਣੇ ਉਹਨੇ ਕਿਸਾਨਾਂ ਦੀ ਬੜੀ ਆਵਾਜ਼ ਉਠਾਈ, ਕਿਉਂਕਿ ਉਹ ਕਿਸਾਨ ਪੁੱਤਰ ਸਨ। ਹੂੰ ਸੋ ਜਿਸ ਫੀਲਡ 'ਚ ਤੁਸੀਂ ਜਾਓਗੇ, ਜਿੱਥੇ ਤੁਹਾਡੇ ਆਪਣੇ ਲੋਕ ਰਹਿੰਦੇ ਨੇ, ਤੁਸੀਂ ਆਵਾਜ਼ ਉਠਾਓਗੇ। ਜੇ ਦਿੱਲੀ ਦੇ ਲੋਕ ਅੱਜ ਆ ਕੇ ਸਾਡੇ ਤੇ ਰਾਜ ਕਰ ਰਹੇ ਨੇ, ਉਹਨਾਂ ਨੂੰ ਸਾਡੀਆਂ ਮੁਸ਼ਕਲਾਂ ਦਾ ਨਹੀਂ ਪਤਾ। ਸੋ ਇਸ ਲਈ ਜੇ ਕਿਸੇ ਧਰਮ 'ਚੋਂ ਕੋਈ ਬੰਦਾ ਲਗਾਇਆ ਜਾਂਦਾ, ਜੇ ਸਿੱਖ ਧਰਮ ਦੀ ਇੱਕ ਮੱਤ ਹੈ ਕਿ ਸਿੱਖ ਧਰਮ ਪੂਰੀ ਦੁਨੀਆ ਵਿੱਚ ਦਿਆਲਤਾ ਲਈ, ਇਨਸਾਫ ਪਸੰਦ ਲਈ ਮੰਨਿਆ ਜਾਂਦਾ। ਤੁਸੀਂ ਇਸ ਗੱਲ ਨਾਲ ਸਹਿਮਤ ਹੋ ਮਨਜੀਤ ਕੋਟੇਵਾਲ? ਮੈਂ ਇੱਕ ਰੋਕ ਰਿਹਾ ਤੁਹਾਨੂੰ, ਤੁਸੀਂ ਮਤਲਬ ਇਸ ਗੱਲ ਨਾਲ ਤਾਂ ਬਿਲਕੁਲ ਸਹਿਮਤ ਹੋ ਨਾ? ਜਦੋਂ ਸ਼੍ਰੋਮਣੀ ਅਕਾਲੀ ਦਲ ਫੈਡਰਲ ਸਟਰਕਚਰ ਨੂੰ ਲੈ ਕੇ ਮੋਰਚੇ ਲਾਂਦਾ ਸੀ, ਤਾਂ ਉਦੋਂ ਕਿਤੇ ਨਾ ਕਿਤੇ, ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਦੀ ਬਹੁਤਾਂਤ ਹੈ ਉਹਨਾਂ ਦਾ ਕਿਤੇ ਨਾ ਕਿਤੇ ਰਾਜ ਹੋਣਾ ਚਾਹੀਦਾ, ਉਹਨਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ, ਤਾਂ ਤੁਸੀਂ ਉਸ ਗੱਲ ਨਾਲ ਸਹਿਮਤ ਹੋ ਕਿ ਉਸ ਸਮੇਂ ਦੀ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਉਹਨਾਂ ਦੇ ਵੱਲੋਂ ਜੋ ਵੀ ਪ੍ਰਤੀਕਿਰਿਆ ਦਿੱਤੀ ਗਈ, ਖਾਸ ਕਰਕੇ ਫੈਡਰਲ ਸਟਰਕਚਰ ਨੂੰ ਲੈ ਕੇ, ਸੰਤ ਲੌਂਗੋਵਾਲ ਦੇ ਜੋ ਭਰੋਸਾ ਸੀ ਉਸ ਨੂੰ ਲੈ ਕੇ, ਜੋ ਆਨੰਦਪੁਰ ਦਾ ਮਤਾ ਸੀ ਉਸ ਨੂੰ ਲੈ ਕੇ, ਉਹ ਸਾਰੀ ਗੱਲਾਂ ਕਿਤੇ ਨਾ ਕਿਤੇ ਫਿਰ ਇਹ ਸਾਬਤ ਹੁੰਦਾ ਹੈ ਕਿ ਜਿਨ੍ਹਾਂ ਦੀ ਬਹੁਤਾਂਤ ਸੀ ਉਹਨਾਂ ਦੀ ਇਹ ਚੱਲੂਗੀ। ਸਰ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਵੀ ਰਾਜਾਂ ਨੂੰ ਪੂਰਨ ਹੱਕ ਹੋਣਾ ਚਾਹੀਦਾ। ਜੇ ਕਿਤੇ ਨਾ ਕਿਤੇ ਪਾਰਟੀਆਂ ਤੋਂ ਗਲਤੀਆਂ ਹੋਈਆਂ, ਤੇ ਅੱਜ ਪਾਰਟੀਆਂ ਹਾਸ਼ੀਏ ਤੇ ਆਈਆਂ ਹੋਈਆਂ ਨੇ ਨਾ, ਜੇ ਗਲਤੀਆਂ ਹੋਈਆਂ ਤਾਈਆਂ ਪਾਰਟੀਆਂ ਨੂੰ ਪਿੱਛੇ ਹਟਣਾ ਪੈ ਗਿਆ। ਮੈਂ ਕਹਿੰਦਾ ਰਾਜਾਂ ਨੂੰ ਪੂਰਨ ਹੱਕ ਹੋਣੇ ਚਾਹੀਦੇ ਆਪਣੇ ਫੈਸਲੇ ਲੈਣ ਦੇ, ਆਪਣੇ ਲੋਕਾਂ। ਇੱਕ ਦਿੱਲੀ ਬੈਠਾ ਵਿਅਕਤੀ ਕਿਵੇਂ ਪੰਜਾਬ ਦੀਆਂ ਭਾਵਨਾਵਾਂ ਸਮਝ ਸਕਦਾ, ਹਿਮਾਚਲ ਦੇ ਲੋਕਾਂ ਦੀ ਭਾਵਨਾ ਕਿਵੇਂ ਸਮਝ ਸਕਦਾ? ਜੋ ਵਿਅਕਤੀ ਵਿਚ ਰਿਹਾ ਉਹਦੇ ਕੋਲ ਪਾਵਰ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਲੋਕਾਂ ਦੀ ਭਾਵਨਾ ਸਮਝ ਕੇ ਆਪਦੇ ਖਿੱਤੇ ਦਾ ਬੰਦਾ ਨੁਮਾਇੰਦਗੀ ਕਰਦਾ ਹੋਵੇ, ਲੋਕ ਪੱਖੀ ਫੈਸਲੇ ਲਏ ਜਾਣ। ਸੋ ਇਹ ਜ਼ਰੂਰੀ ਹੋ ਜਾਂਦਾ ਹੈ। ਠੀਕ ਹੈ। KS ਮਠਾੜੂ ਜੀ, ਮੈਂ ਤੁਹਾਨੂੰ ਸਿੱਧਾ ਸਵਾਲ ਕਰਨਾ ਚਾਹੁੰਦਾ ਇਸ ਬਿਆਨ ਦੇ ਉੱਤੇ। ਜਦੋਂ ਸਿਮਰਜੀਤ ਸਿੰਘ ਮਾਨ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਉਦੋਂ, ਤੇ ਜਦੋਂ ਸੁਖਪਾਲ ਖਹਿਰਾ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਉਦੋਂ, ਤੇ ਜਦੋਂ ਬੀਜੇਪੀ ਦੇ ਵੱਡੇ ਆਗੂ ਸੁਭਾਸ਼ ਸ਼ਰਮਾ ਵੱਲੋਂ ਬਿਆਨ ਦਿੱਤਾ ਜਾਂਦਾ ਉਦੋਂ, ਬੀਜੇਪੀ ਦੇ ਖਿਲਾਫ ਨਾ ਕਾਂਗਰਸ ਦੇ ਖਿਲਾਫ ਅਕਾਲੀ ਦਲ ਵੱਲੋਂ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ। ਕਿ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਹੈ ਨਾ ਇਸ ਬਿਆਨ ਤੋਂ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਮੁੜ ਬੀਜੇਪੀ ਦੇ ਨਾਲ ਗੰਢ ਤੁੱਪ ਦੇ ਵਿੱਚ ਸ਼ਾਮਲ ਹੋ ਰਿਹਾ। ਚਰਨਜੀਤ ਜੀ, ਪਤਾ ਕੀ ਹੈ, ਸ਼੍ਰੋਮਣੀ ਅਕਾਲੀ ਦਲ ਕੋਈ ਅੱਜ ਦੀ ਪਾਰਟੀ ਨਹੀਂ ਹੈ। 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਨ ਹੋਇਆ, ਕਿਵੇਂ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਜਿੰਨੇ ਆਪਣੇ ਬੁਲਾਰੇ ਬੈਠੇ ਆ, ਸਾਡੇ ਸੀਨੀਅਰ ਦਲਜੀਤ ਸਿੰਘ ਜੀ ਬੈਠੇ ਆ, ਇਹਨਾਂ ਨੂੰ ਵੀ ਪਤਾ, ਚੀਮਾ ਸਾਹਿਬ ਨੂੰ, ਕਿ ਜਦੋਂ ਗੁਰੂ ਘਰਾਂ ਦੀ ਸਾਂਭ ਸੰਭਾਲ ਵਾਸਤੇ SGPC ਦਾ ਜਿਹੜਾ ਗਠਨ ਹੋਇਆ ਸੀ, ਉੱਥੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਮੰਨ ਕੇ ਇਹ ਕਿਹਾ ਗਿਆ ਸੀ ਕਿ ਸਿੱਖਾਂ ਦੀ ਇੱਕ ਜਥੇਬੰਦੀ ਹੋਣੀ ਚਾਹੀਦੀ ਹੈ, ਇੱਕ ਪੋਲੀਟੀਕਲ ਪਾਰਟੀ ਹੋਣੀ ਚਾਹੀਦੀ ਹੈ, ਕਿਉਂਕਿ SGPC ਨੂੰ ਪ੍ਰੋਟੈਕਟ ਕਰਨ ਵਾਸਤੇ ਪੋਲੀਟੀਕਲ ਪਾਰਟੀ ਦਾ ਹੋਣਾ ਤੇ ਉਹਦਾ ਪਾਵਰ 'ਚ ਆਉਣਾ ਤੇ ਸਿੱਖਾਂ ਦੀ ਇੱਕ ਪਾਰਟੀ ਹੈ। ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਦਾ ਗਠਨ ਹੋਇਆ ਸੀ, ਤੇ ਉਹ ਅੱਜ ਤੱਕ ਆਪਣੇ ਉਸੇ ਏਜੰਡੇ ਤੇ ਤੁਰੀ ਹੋਈ ਹੈ। ਪੰਥਕ ਪਾਰਟੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਹੈ, ਔਰ ਪੰਥਕ ਰਵਾਇਤਾਂ ਨੂੰ ਸਾਂਭ ਸੰਭਾਲ ਕਰਦੇ ਹੋਏ, ਗੁਰੂ ਘਰਾਂ ਦੀ ਸੇਵਾ ਦੀ ਸਾਂਭ ਸੰਭਾਲ ਕਰਦੇ ਹੋਏ, SGPC ਨੂੰ ਪ੍ਰੋਟੈਕਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਉਸੇ। ਠੀਕ ਹੈ, ਕੁਝ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਨੇ ਪੁਰਾਣੀਆਂ, ਜਿਹੜੀਆਂ ਚਾਹੇ ਕਾਂਗਰਸ ਲਗਾ ਲਓ, BJP ਲਗਾ ਲਓ, ਚਾਹੇ ਕੋਈ, ਇਹ ਵੱਖ-ਵੱਖ ਤਰ੍ਹਾਂ ਦੀਆਂ ਕੀ ਇਹ ਧਰਮ ਤੇ ਰਾਜਨੀਤੀ ਕਰਦੇ ਜੀ, ਧਰਮ ਦੀ ਰਾਜਨੀਤੀ ਕਰਦੇ ਜੀ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਦਾ ਗਠਨ ਹੋਇਆ ਸੀ ਉਹ ਹੋਇਆ ਹੀ ਇਸੇ ਕਰਕੇ ਸੀ, ਮੀਰੀ ਪੀਰੀ ਦੇ ਸਿਧਾਂਤ ਚੋਂ ਇੱਕ ਪੰਥਕ ਪਾਰਟੀ ਤੌਰ ਤੇ ਉਹ ਪਾਰਟੀ ਹੈਗੀ ਹੈ। ਸੋ ਜਿਹੜੀ ਗੱਲ ਇਹਨਾਂ ਦੇ ਵਿੱਚ ਹੈ ਕਿ ਹਿੰਦੂ ਹੋਣਾ ਚਾਹੀਦਾ ਹੈ, ਸਿੱਖ ਹੋਣਾ ਚਾਹੀਦਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਤਾਂ ਬਣੀ ਪਾਰਟੀ ਜਿਹੜੀ ਹੈਗੀ ਪੰਥਕ ਜਥੇਬੰਦੀ ਹੈ, ਤੇ ਸਾਰਿਆਂ ਨੂੰ ਪਤਾ ਹੈ ਕਿ ਉਹਦਾ ਜਿਹੜਾ ਪੰਥਕ ਏਜੰਡਾ ਹੈ, ਔਰ ਜਿੱਥੋਂ ਤੱਕ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਹੈ, ਗੁਰੂਆਂ ਦੇ ਫਲਸਫੇ ਤੇ ਚੱਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਲੈ ਕੇ ਹਰ ਇੱਕ ਧਰਮ ਦਾ ਸਤਿਕਾਰ ਕਰਦੀ ਹੈ, ਚਾਹੇ ਕੋਈ ਹਿੰਦੂ ਧਰਮ ਹੈ, ਚਾਹੇ ਕੋਈ ਹੋਰ ਕਿਸੇ ਵੀ ਵਰਗ ਦਾ ਧਰਮ ਹੈ, ਸਾਰਿਆਂ ਦਾ ਸਤਿਕਾਰ ਕਰਦੀ ਹੈ। ਤੁਸੀਂ ਦੇਖਿਆ ਹੋਣਾ ਪਿੱਛੇ ਜੇ 10 ਸਾਲ 15 ਸਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ, 97 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਕਰਕੇ ਸਾਰੇ ਧਰਮਾਂ ਦੇ ਸਤਿਕਾਰ ਦੇ ਤਹਿਤ ਹੀ ਜਿਹੜਾ ਹੈਗਾ ਹਿੰਦੂ ਸਿੱਖ ਲਗਾ ਲਓ ਜਾਂ BJP ਅਕਾਲੀ ਦਲ ਦਾ ਜਿਹੜਾ ਸਮਝੌਤਾ ਰਿਹਾ ਹੈ। ਇਹ ਨਹੀਂ ਹੈ ਵੀ ਅਗਰ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਤਾਂ ਹਿੰਦੂਆਂ ਦੀ ਉਹਨਾਂ ਨੂੰ ਜਿਹੜਾ ਹੈਗਾ ਸਤਿਕਾਰ ਨਹੀਂ ਹੈ, ਜਾਂ ਹਿੰਦੂ ਜਥੇਬੰਦੀਆਂ ਜਾਂ ਹਿੰਦੂ ਧਰਮ ਹੈ ਜਾਂ ਉਹਨਾਂ ਦਾ ਸਤਿਕਾਰ ਨਹੀਂ ਹੈ। BJP ਇੱਕ ਪਾਰਟੀ ਕਹਾਉਂਦੀ ਹੈ, ਸ਼ੁਰੂ ਤੋਂ ਕਹਾਉਂਦੀ ਹੈ, ਉਹਨਾਂ ਦਾ ਵੀ ਏਜੰਡਾ ਹੀ ਉਹ ਹਿੰਦੂ ਧਰਮ ਨੂੰ ਪ੍ਰਮੋਟ ਕਰਦੇ ਆ। ਪਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਬੰਧਨ ਹੋਇਆ ਸੀ ਉਹ ਇੱਕ ਭਾਈਚਾਰਕ ਸਾਂਝ ਸੀ, ਕਿਉਂਕਿ ਪੰਜਾਬ ਦੇ ਵਿੱਚ ਸਰਦਾਰ ਬਾਦਲ ਸਾਹਿਬ ਦੀ ਵੀ ਇਹੀ ਸੋਚ ਰਹੀ ਆ ਕਿ ਭਾਈਚਾਰਕ ਸਾਂਝ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਫੇਰ ਹੀ ਕੋਈ ਸੂਬਾ ਤਰੱਕੀ ਕਰਦਾ। ਅਗਰ ਆਪਾਂ ਇਸ ਝਗੜੇ ਨੂੰ ਵਧਾ ਕੇ ਇਹ ਤੇ ਲੜਾਈ ਝਗੜੇ ਦੇ ਵਿੱਚ ਪਾਵਾਂਗੇ ਤਾਂ ਪੰਜਾਬ ਹੈ ਜਿਹੜਾ ਉਹ ਸ਼ਾਂਤੀ ਨਹੀਂ ਰਹੂਗੀ, ਤਾਂ ਉਹਦੇ ਵਿੱਚ ਜਿਹੜੀ ਹੈ ਜੇ ਸ਼ਾਂਤੀ ਨਹੀਂ ਰਹੂਗੀ ਤਾਂ ਭਾਈਚਾਰਕ ਸਾਂਝ ਖਤਮ ਹੋਊਗੀ, ਡਿਵੈਲਪਮੈਂਟ ਖਤਮ ਹੋਊਗੀ। ਇਸ ਕਰਕੇ
ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਔਰ ਪਰ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਕਰਦੀ ਹੈ। ਉਹ ਹਿੰਦੂ ਧਰਮ ਦਾ ਸਤਿਕਾਰ ਵੀ ਕਰਦੇ ਆ, ਅਸੀਂ ਮੁਸਲਿਮ ਧਰਮ ਦਾ ਵੀ ਕਰਦੇ ਆ, ਈਸਾਈ ਧਰਮ ਚਾਹੇ ਕੋਈ ਵੀ ਧਰਮ ਹੈਗਾ ਉਹਦਾ ਸ਼੍ਰੋਮਣੀ ਅਕਾਲੀ ਦਲ ਸਤਿਕਾਰ ਕਰਦਾ। ਫਿਰ ਬਿਆਨ ਕਿਉਂ ਨਹੀਂ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ? ਕਿਤੇ ਨਾ ਕਿਤੇ ਇਹ ਗੱਲ ਕਿਉਂ ਨਹੀਂ ਕਹੀ ਗਈ ਕਿ ਜਿਹੜਾ ਹਿੰਦੂ ਸਿੱਖ ਦਾ ਪਾੜਾ ਤੁਸੀਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਪੰਜਾਬ ਦੇ ਵਿੱਚ ਪੱਤਾ ਨਹੀਂ ਚੱਲਣ ਵਾਲਾ? ਇਹ ਬਿਆਨ ਵਗੈਰਾ ਕਿਉਂ ਨਹੀਂ ਦਿੱਤਾ ਗਿਆ? ਸ਼੍ਰੋਮਣੀ ਅਕਾਲੀ ਦਲ ਚੁੱਪ ਕਿਉਂ ਹੈ? ਮੇਰਾ ਕਹਿਣ ਦਾ ਮਤਲਬ ਇਹ ਆ। ਮੈਂ ਇਸੇ ਗੱਲ ਨੂੰ ਤੁਹਾਨੂੰ ਕਹਿ ਰਿਹਾ ਨਾ, ਸਿਮਰਜੀਤ ਸਿੰਘ ਮਾਨ ਚਲੋ ਸਾਡੇ ਸਤਿਕਾਰਯੋਗ ਹੈ, ਬਜ਼ੁਰਗ ਲੀਡਰ ਹੈ, ਪੁਰਾਣੇ ਲੀਡਰ ਹੈ, ਉਹਨਾਂ ਦਾ ਇੱਕ ਆਪਣਾ ਏਜੰਡਾ ਹੈ। ਉਹ ਆਪਣੇ ਏਜੰਡੇ ਤੇ ਕਿੰਨਾ ਕੁ ਖੜੇ ਆਪਾਂ ਦੇਖਿਆ, ਪਿੱਛੇ ਵੀ ਦੇਖਿਆ ਕਿ ਕਦੇ ਤਾਂ ਕਹਿੰਦੇ ਆ ਉਹ ਕਿ ਖਾਲਿਸਤਾਨ ਦੇ ਮੁੱਦੇ ਤੇ ਸਾਡਾ ਦੇਸ਼ ਲੱਗ ਚਾਹੀਦਾ, ਦੂਸਰੇ ਪਾਸੇ ਕਹਿੰਦੇ ਆ ਉਹ ਸੰਵਿਧਾਨ ਦੀ ਜਿਹੜੀ ਸਹੁੰ ਚੁੱਕਦੇ ਆ, ਅਖੰਡਤਾ ਦੀ ਸਹੁੰ ਚੁੱਕਦੇ ਆ, ਭਾਰਤ ਦੇਸ਼ ਦੀ ਅਖੰਡਤਾ ਦੀ। ਹੁਣ ਜਿਹੜੀ ਗੱਲ ਤੁਸੀਂ ਅੱਜ ਮੈਂ ਤਾਂ ਤੁਹਾਡੇ ਮੂੰਹ ਸੁਣ ਰਿਹਾ ਕਿ ਸਿਮਰਜੀਤ ਮਾਨ ਜੀ ਕਹਿ ਰਿਹਾ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਹੈ ਜਿਹੜਾ ਉਹ ਸਿੱਖ ਕਿਉਂ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਸ਼ਾਇਦ ਧਿਆਨ ਨਹੀਂ, ਪਿੱਛੇ ਜਿਹੜੇ ਇਸ ਤੋਂ ਦੋ ਜਸਟਿਸ ਨੂੰ, ਚੀਫ ਜਸਟਿਸ ਨੂੰ ਛੱਡ ਕੇ ਜਗਦੀਸ਼ ਸਿੰਘ ਖੇਰ ਹੈ ਜਿਹੜੇ, ਉਹ ਬੜਾ ਲੰਬਾ ਸਮਾਂ ਚੀਫ ਜਸਟਿਸ ਆਫ ਸੁਪਰੀਮ ਕੋਰਟ ਰਹੇ ਆ। ਅਜਿਹੀ ਕੋਈ ਗੱਲ ਨਹੀਂ ਹੈ। ਅਗਰ ਇਹੋ ਜਿਹੀਆਂ ਆਪਾਂ ਗੱਲਾਂ ਕਰਾਂਗੇ ਇਹਦੇ ਨਾਲ ਪੰਜਾਬ ਦੇ ਵਿੱਚ ਅਸ਼ਾਂਤੀ ਫੈਲੂਗੀ। ਜਿਹੜੀ ਗੱਲ ਆਪਣੇ ਕਾਂਗਰਸ ਦੇ ਬੁਲਾਰੇ ਨੇ ਕਹੀ ਹੈ ਕਿ ਸਾਡੇ ਜਾਖੜ ਸਾਹਿਬ ਉਹ ਬੀਜੇਪੀ 'ਚ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇਹਨਾਂ ਨੂੰ ਸ਼ਾਇਦ ਯਾਦ ਨਹੀਂ ਹੈ ਬੀਜੇਪੀ ਦੇ ਵਿੱਚ ਜਾਣ ਤੋਂ ਪਹਿਲਾਂ ਜਦੋਂ ਕਾਂਗਰਸ ਦੇ ਵਿੱਚ ਸੀ ਉਹਨਾਂ ਨੇ ਇਸੇ ਗੱਲ ਦਾ ਜਿਹੜਾ ਹੈਗਾ ਬਿਆਨ ਉਦੋਂ ਦਿੱਤਾ ਸੀ ਕਿ ਮੈਨੂੰ ਹਿੰਦੂ ਹੋਣ ਦੇ ਨਾਤੇ ਇਹਨਾਂ ਨੇ ਜਿਹੜਾ ਨਹੀਂ ਬਣਾਇਆ, ਜਿਹੜੇ ਬੰਦੇ ਨੂੰ 3 ਵੋਟਾਂ ਪਈਆਂ ਉਹਨੂੰ ਇਹਨਾਂ ਨੇ ਮੁੱਖ ਮੰਤਰੀ ਬਣਾਤਾ ਦਲਿਤ। ਸੋ ਇਹਨਾਂ ਗੱਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤਾਂ ਸਾਰੇ ਧਰਮਾਂ ਦਾ, ਸਾਰੀਆਂ ਬਰਾਦਰੀਆਂ ਦਾ, ਹਰ ਇੱਕ ਕਿਸਮ ਦਾ ਕੋਈ ਵੀ ਪੰਜਾਬ ਦਾ ਵਸਨੀਕ ਹੈ ਬਰਾਬਰ ਸਮਝਦਾ ਉਹਨਾਂ ਨੂੰ। ਇਹ ਚਾਹੇ ਕੁਛ ਕਹੀ ਜਾਣ ਕਿ ਅੱਜ ਮੈਂ ਤੁਸੀਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਦੇ ਜਿਹੜੇ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਆਈਟੀ ਸੈੱਲ ਕਿਸ ਤਰ੍ਹਾਂ ਦਾ ਪ੍ਰਚਾਰ ਕਰਦੇ ਆ। ਅਗਰ ਕਿਸੇ ਹਿੰਦੂ ਧਰਮ ਦੇ ਸਥਾਨ ਦੇ ਉੱਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੁਲਾ ਲਿੱਤਾ ਗਿਆ ਤਾਂ ਉਹਨਾਂ ਨੇ ਸ਼ਰਧਾ ਦੇ ਨਾਲ ਬੁਲਾ ਲਿਆ ਤਾਂ ਉੱਥੇ ਚਲੇ ਗਏ ਤਾਂ ਕਿਸ ਤਰ੍ਹਾਂ ਫੋਟੋ ਵਾਇਰਲ ਕਰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਦੂਰੀ ਬਣਾ ਕੇ ਰੱਖਦਾ, ਕਿਉਂਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ। ਸਾਡੇ ਗੁਰੂਆਂ ਨੇ ਵੀ ਇਹ ਕਿਹਾ ਵੀ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਪਰ ਸਤਿਕਾਰ ਹਰ ਇੱਕ ਧਰਮ ਦਾ ਕਰੋ। ਇਹ ਨਹੀਂ ਆ ਵੀ ਤੁਸੀਂ ਆਪਣੇ ਧਰਮ ਦੇ ਵਿੱਚ ਰਹਿ ਕੇ ਦੂਸਰੇ ਧਰਮ ਨੂੰ ਗਾਲਾਂ ਦਿਓ। ਇਹ ਗੱਲਾਂ ਕੋਈ ਬਹੁਤੀਆਂ ਚੰਗੀਆਂ ਨੇ। ਠੀਕ ਹੈ ਦਲਜੀਤ ਚੀਮਾ ਜੀ, ਸਿੱਧਾ ਸਵਾਲ ਹੈ ਮੈਨੂੰ ਤੁਹਾਨੂੰ ਕਿ ਜਿਹੜਾ ਇਹ ਸਵਾਲ ਚੁੱਕਿਆ ਗਿਆ ਹੈ ਖਾਸ ਕਰਕੇ ਹਿੰਦੂ ਸਿੱਖ ਨੂੰ ਪੁਆੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਹਿੰਦੂ ਸਿੱਖ ਦਾ ਏਜੰਡਾ ਬਣਾ ਕੇ ਪੰਜਾਬ ਜਿੱਤਣ ਦੀ ਤਿਆਰੀ ਕੀਤੀ ਜਾ ਰਹੀ ਹੈ? ਦੇਖੋ ਚਰਨਜੀਤ ਜੀ, ਮੈਨੂੰ ਇਹ ਬੜਾ ਅਫਸੋਸ ਹੈ ਕਿ ਅੱਜ ਅਸੀਂ ਜਿਹੜੀ ਡਿਸਕਸ਼ਨ ਕਰਨ ਬੈਠੇ ਹਾਂ ਪੋਲੀਟੀਕਲ ਸਿਸਟਮ ਦਾ ਕਿੰਨਾ ਇਹ ਨੀਚੇ ਵਾਲਾ ਔਰ ਗਿਰਿਆ ਹੋਇਆ ਪੱਧਰ ਆ ਗਿਆ ਹੈ ਕਿ ਅਸੀਂ ਗੱਲ ਕੀ ਕਰ ਰਹੇ ਹਾਂ। ਪੰਜਾਬ ਦੇ ਕੋਈ ਤਰੱਕੀ ਦਾ ਮੁੱਦਾ, ਕਿਸੇ ਹੋਰ ਤਰ੍ਹਾਂ ਦੀ ਕੋਈ ਅਸੀਂ ਪੋਜ਼ੀਟਿਵ ਗੱਲਬਾਤ ਕਰੀਏ, ਅਸੀਂ ਗੱਲਬਾਤ ਕਰ ਰਹੇ ਹਾਂ ਹਿੰਦੂ ਤੇ ਸਿੱਖ ਦੇ ਵਿੱਚ ਇਹ ਕਿਉਂ ਉਹ ਪੈ ਰਿਹਾ। ਇਹ ਮੈਨੂੰ ਲੱਗਦਾ ਬੜਾ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਰਗਾ ਸੂਬਾ ਜਿਹਦੇ 'ਚ ਸੁਹਿਰਦਤਾ ਤੇ ਸ਼ਾਂਤੀ ਤੇ ਪਿਆਰ ਤੇ ਮੁਹੱਬਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ, ਫਿਰ ਮਾਨਸ ਕੀ ਜਾਤ ਏਕ ਪਹਿਚਾਨ ਬੋ, ਇਹਦੀਆਂ ਗੱਲਾਂ ਬਾਤਾਂ ਅਸੀਂ ਕਰਨੇ ਆ, ਦਿਨ ਰਾਤ ਅਸੀਂ ਸਰਬੱਤ ਦਾ ਭਲਾ ਦੀਆਂ ਗੱਲਾਂ ਕਰਨੇ ਆ। ਔਰ ਉਹਦੇ ਬਾਅਦ ਆ ਕੇ ਅਸੀਂ ਗੱਲ ਕੀ ਕਰ ਰਹੇ ਹਾਂ ਕਿ ਹਿੰਦੂ ਤੇ ਸਿੱਖ ਦੀ ਡਿਵਾਈਡ ਦੀ। ਇਹ ਕਿਉਂ ਇਹੋ ਜਿਹੀ ਸਿਚੁਏਸ਼ਨ ਪੈਦਾ ਹੋਈ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਹਦੀ ਬੜੀ ਲੰਬੀ ਹਿਸਟਰੀ ਹੈ, ਅਸੀਂ ਉਹਦੇ 'ਚ ਨਹੀਂ ਜਾਂਦੇ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇਹ ਸੋਚ ਜਿਹੜੀ ਹੈ ਨਾ ਵੀ ਕਈ ਪੋਜੀਸ਼ਨਸ, ਚਾਹੇ ਉਹ IPS ਆਫਸਰ ਦੀ ਹੋਏ, ਚਾਹੇ IAS ਆਫਸਰ ਦੀ ਹੋਏ, ਚਾਹੇ ਜੁਡੀਸ਼ਰੀ ਦੀ ਹੋਏ, ਉਹ ਪ੍ਰੋਪੋਰਸ਼ਨੇਟ ਟੂ ਦੀ ਨੰਬਰ ਆਫ ਦੈਟ ਕਮਿਊਨਿਟੀ ਹੋਣੀ ਚਾਹੀਦੀ ਹੈ। ਇਹ ਸੋਚ ਹੀ ਬਿਲਕੁਲ ਗਲਤ ਤੇ ਡਿਫਾਲਟੀ ਹੈ। ਇਹ ਸੋਚ ਗਲਤ ਹੈ। ਤੁਸੀਂ ਦੇਖੋ ਜੇ ਨੰਬਰ ਸਾਡਾ 2% ਹੈ ਤੇ ਇਹਦਾ ਮਤਲਬ ਇਹ ਨਹੀਂ ਕਿ 2% IPS ਤੇ IAS ਆਫਸਰਸ ਜਾਂ ਜੁਡੀਸ਼ਰੀ ਦੇ ਜੱਜ ਹੋ ਸਕਦੇ ਨੇ ਇਸ ਕਮਿਊਨਿਟੀ ਦੇ ਵਿੱਚੋਂ। ਇਹਦਾ ਇੱਕ ਸਿਸਟਮ ਹੈ, ਇਹਦੀ ਮੈਰਿਟ ਹੈ। ਮੈਰਿਟ ਦੇ ਮੁਤਾਬਕ ਜਿਸ ਤਰ੍ਹਾਂ ਮਠਾਰੂ ਸਾਹਿਬ ਨੇ ਦੱਸਿਆ ਕਿ ਖੈਰ ਸਾਹਿਬ ਇਹ ਚੀਫ ਜਸਟਿਸ ਆਫ ਇੰਡੀਆ ਰਹੇ, ਉਹ DAV ਕਾਲਜ ਚੰਡੀਗੜ੍ਹ ਦੇ ਪੜ੍ਹੇ ਹੋਏ ਨੇ, ਮੈਂ ਉੱਥੇ ਡਾਇਰੈਕਟਰ ਰਿਹਾ ਔਰ ਮੈਂ ਉਹਨਾਂ ਨੂੰ ਜਾਣਦਾ ਸੀ, ਮੈਨੂੰ ਪਤਾ ਹੈ ਉਹ ਰਹੇ ਨੇ। ਔਰ ਬੜੇ ਅੱਛੇ ਸੀਨੀਅਰ ਅਫਸਰ ਜਿਹੜੇ ਨੇ ਜੱਜ, ਉਹ ਸੁਪਰੀਮ ਕੋਰਟ 'ਚ ਵੀ ਨੇ, ਹਾਈ ਕੋਰਟਾਂ 'ਚ ਵੀ ਨੇ। ਜਸਟਿਸ ਸੋਢੀ ਨੇ, ਮੈਂ ਅੱਛੀ ਤਰ੍ਹਾਂ ਉਹਨਾਂ ਨੂੰ ਜਾਣਦਾ, ਉਹ ਹਾਈ ਕੋਰਟ ਦੇ ਜੱਜ ਰਹੇ ਨੇ। ਸੋ ਇਹ ਚੀਜ਼ ਮੇਰਾ ਖਿਆਲ ਹੈ ਇਹ ਸੋਚ ਜਿਹੜੀ ਕਿਸੇ ਨੇ ਇੰਜੈਕਟ ਕਰ ਦਿੱਤੀ ਹੈ, ਸਾਡੇ ਆਮ ਆਦਮੀ ਦੇ ਦਿਮਾਗ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਰਾਜਨੀਤੀ ਦੇ ਲੋਕਾਂ ਨੇ, ਇਹਨੂੰ ਕੱਢਣਾ ਪਏਗਾ, ਇਹ ਸੋਚ ਨੂੰ ਬਦਲਣਾ ਪਏਗਾ। ਮੈਰਿਟ ਦੇ ਨਾਲ ਕੁਝ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਸਿਸਟਮ ਬਣਿਆ ਹੋਇਆ ਔਰ ਮੇਰਾ ਖਿਆਲ ਹੈ ਬੜਾ ਫੇਅਰ ਸਿਸਟਮ ਹੈ। ਦੇਖੋ ਨਾ, ਜੇ ਆਰਮਡ ਫੋਰਸਿਸ ਦੇ ਵਿੱਚ ਸਾਡੀ ਕੌਮ ਦੇ ਵਿੱਚੋਂ ਜ਼ਿਆਦਾ ਅਫਸਰ ਜਾਂਦੇ ਨੇ
ਤੇ ਉਹ ਪ੍ਰੋਪੋਰਸ਼ਨੇਟ ਹੀ ਜ਼ਿਆਦਾ ਕਿਉਂ ਜਾਂਦੇ ਨੇ? ਜ਼ਿਆਦਾ ਨਹੀਂ ਜਾਣੇ ਚਾਹੀਦੇ ਫਿਰ। ਇਸੇ ਤਰ੍ਹਾਂ ਜੇ ਪ੍ਰੋਪੋਰਸ਼ਨੇਟ ਜਿਹੜੀ ਅਸੀਂ ਲਾਈਏ 2% ਦੇ ਹਿਸਾਬ ਨਾਲ, ਤੇ ਮੈਂ ਅਜੇ ਵੀ ਤੁਹਾਨੂੰ ਕਹਿਣਾ ਵੀ IAS ਅਫਸਰ ਵੀ ਬਹੁਤ ਨੇ ਤੇ IPS ਅਫਸਰ ਵੀ ਜਿਹੜੇ ਨੇ ਉਹ 2% ਤੋਂ ਕਿਧਰੇ ਜ਼ਿਆਦਾ ਨੇ, ਤੁਸੀਂ ਹਿਸਾਬ ਲਗਾ ਕੇ ਦੇਖ ਲਓ। ਮੈਂ ਸਮਝਣਾ ਵੀ ਇਹ ਸੋਚ ਜਿਹੜੀ ਹੈ ਬੜੀ ਛੋਟੀ ਸੋਚ ਹੈ, ਔਰ ਜੇ ਕਿਸੇ ਪੋਲੀਟੀਸ਼ੀਅਨ ਨੇ ਇਹ ਸੋਚ ਜਾਣ ਬੁੱਝ ਕੇ ਸਾਡੇ ਦਿਮਾਗ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਤਾਂ ਉਸ ਪੋਲੀਟੀਸ਼ੀਅਨ ਦੇ ਉੱਤੇ ਲਾਹਨਤ ਹੈ, ਬੜੀ ਮਾੜੀ ਗੱਲ ਹੈ ਜੇ ਉਹਨੇ ਇਹ ਗੱਲ ਕੀਤੀ ਹੈ। ਤੇ ਦੂਜਾ, ਇਹ ਸਾਡੀ ਸੋਚ, ਸਾਡੀ ਸਮਝ, ਸਾਡੀ ਜ਼ਿੰਦਗੀ ਜੀਣ ਦਾ ਤਰੀਕਾ, ਸਾਡਾ ਸਿਸਟਮ, ਉਹਦੇ ਉੱਤੇ ਵੀ ਇਹ ਸਵਾਲੀਆ ਨਿਸ਼ਾਨ ਹੁੰਦਾ ਹੈ ਵੀ ਅਸੀਂ ਕਿਹੋ ਜਿਹੇ ਇਨਸਾਨ ਆ, what kind of people are we, ਕਿ ਅਸੀਂ ਜਿਹੜੇ ਬੜੇ ਤਗੜੇ ਇੰਪੋਰਟੈਂਟ ਮੁੱਦੇ ਨੇ, ਡਰੱਗਸ ਦੇ ਮੁੱਦੇ ਨੇ, ਸਿਕਿਉਰਿਟੀ ਦਾ ਮੁੱਦਾ ਸਾਡਾ ਪੰਜਾਬ ਦੇ ਵਿੱਚ, ਅਨਐਮਪਲਾਇਮੈਂਟ ਦਾ ਮੁੱਦਾ ਹੈ, ਫਾਰਮਰ ਦੇ ਇੰਨੇ ਮੁੱਦੇ ਨੇ, ਉਹਨਾਂ ਸਾਰਿਆਂ ਮੁੱਦਿਆਂ ਨੂੰ ਛੱਡ ਕੇ ਅੱਜ ਇਹ ਸਟੇਜ ਆ ਗਈ ਹੈ ਅਸੀਂ ਗੱਲ ਕਰ ਰਹੇ ਹਾਂ ਹਿੰਦੂ ਸਿੱਖ ਡਿਵਾਈਡ ਦੀ। ਕਿਉਂ ਬਈ? ਅਸੀਂ, ਮੈਂ ਤੇ ਨਹੀਂ ਸੁਣਿਆ, ਦੇਖੋ ਮੇਰੀ ਇੰਨੀ ਉਮਰ ਹੋ ਗਈ ਹੈ, ਮੈਂ ਪੰਜਾਬ ਦੇ ਪਿੰਡਾਂ 'ਚ ਪੜ੍ਹਿਆ, ਪੰਜਾਬ ਦੇ ਪਿੰਡਾਂ 'ਚੋਂ ਹੀ ਆਇਆ, ਆਰਮੀ 'ਚ ਗਿਆ, ਕਈ ਕੁਛ ਕੀਤਾ। ਮੈਂ ਨਹੀਂ ਸੋਚਿਆ ਕਿ ਕਦੇ ਵੀ ਸਾਡੇ, ਖਾਸ ਕਰਕੇ ਜਦੋਂ ਆਰਮੀ 'ਚ ਤੁਸੀਂ ਹੁੰਦੇ ਹੋ, ਤੁਹਾਡੇ ਦਿਮਾਗ 'ਚ ਕਦੇ ਖਿਆਲ ਵੀ ਨਹੀਂ ਆਉਂਦਾ ਕਿ ਕਿਸੇ ਨੇ ਪਗੜੀ ਬੰਨੀ ਹੈ ਕਿ ਨਹੀਂ ਬੰਨੀ। ਔਰ ਜਦੋਂ ਵੀ ਕਿਧਰੇ ਮੈਂ ਇੰਟਰਵਿਊ ਕਰਨਾ ਸਿਲੈਕਸ਼ਨ ਵਾਸਤੇ, IAS ਅਫਸਰਾਂ ਦੀ, ਦੂਜੀ ਚੀਜ਼ਾਂ ਵਾਸਤੇ, ਔਰ ਮੈਨੂੰ ਪਤਾ ਸਾਡੇ ਦਿਮਾਗ 'ਚ ਕਦੇ ਨਹੀਂ ਆਇਆ ਕਿ ਇਹ ਬੰਦੇ ਦੇ ਕੀ ਇਹਦਾ ਧਰਮ ਹੈ ਜਾਂ ਕੀ ਇਹਦੀ ਬੈਕਗਰਾਊਂਡ। ਮੈਰਿਟ ਮੇਰਾ ਖਿਆਲ ਹੈ ਸਾਰਿਆਂ ਨਾਲੋਂ ਵੱਡਾ ਲੈਵਲਰ ਹੈ। ਲੈਵਲ ਪਲੇਇੰਗ ਫੀਲਡ ਬੋਲਦੇ ਆ ਨਾ, ਉਹ ਮੈਰਿਟ ਹੈ। ਸਾਡੇ ਬੱਚੇ ਮੈਰਿਟ ਦੇ ਵਿੱਚ ਆਉਣ, ਸਾਨੂੰ ਪਤਾ ਹੈ ਵੀ ਸਾਡੇ ਬੱਚੇ ਕਿੱਧਰ ਜਾ ਰਹੇ ਨੇ, ਜਾਂ ਕੈਨੇਡਾ ਜਾ ਰਹੇ ਨੇ, ਜਾਂ ਬਾਹਰ ਜਾ ਰਹੇ ਨੇ, ਜਾਂ ਡਰੱਗ ਦੇ ਵਿੱਚ ਸੱਤਿਆਨਾਸ਼ ਹੋ ਰਿਹਾ। ਸਾਡੇ ਬੱਚੇ ਤਾਂ ਉੱਠ ਕੇ ਆ ਹੀ ਨਹੀਂ ਰਹੇ। ਮੈਂ ਪਿੱਛੇ ਇੱਕ ਇੰਸਟੀਚਿਊਟ ਹੈ, ਅਦਾਰਾ ਹੈ ਪੰਜਾਬ ਗੌਰਮੈਂਟ ਦਾ, ਉਹਦੇ ਵਿੱਚ 35 ਪੰਜਾਬ ਗੌਰਮੈਂਟ ਦੇ ਆਫਿਸਰਸ ਨੂੰ ਐਡਰੈਸ ਕਰਨ ਗਿਆ। ਮੈਨੂੰ ਹੈਰਾਨੀ ਹੋਈ, ਇਹ ਮੈਨੂੰ ਕਹਿੰਦਿਆਂ ਬੜੀ ਅਜੀਬ ਜਿਹਾ ਲੱਗ ਰਿਹਾ ਹੈ ਵੀ ਉੱਥੇ ਸਿਰਫ ਇੱਕ ਬੱਚਾ 35 ਦੇ ਵਿੱਚੋਂ ਉਹਨੇ ਪਗੜੀ ਬੰਨੀ ਹੋਈ ਸੀ ਸਰਦਾਰ, ਹੋਰ ਕੋਈ ਹੈ ਹੀ ਨਹੀਂ ਸੀ। ਨਾ ਇਹ ਚੀਜ਼ ਮੇਰਾ ਖਿਆਲ ਹੈ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ, ਇਹਨਾਂ ਚੀਜ਼ਾਂ ਨੂੰ ਅਸੀਂ ਇੱਥੇ ਹੀ ਬੰਦ ਕਰੀਏ, ਉਹਦੇ ਤੋਂ ਉੱਪਰ ਉੱਠੀਏ, ਮੈਰਿਟ ਦੇ ਵਿੱਚ ਵਿਸ਼ਵਾਸ ਕਰੀਏ। ਸਾਡੀ ਜੋ ਕਨਸਟੀਟਿਊਸ਼ਨ ਹੈ, ਸਾਡਾ ਜਿਹੜਾ ਸਿਸਟਮ ਹੈ, ਸਿਲੈਕਸ਼ਨ ਆਫ ਜੱਜਿਸ, ਸਿਲੈਕਸ਼ਨ ਆਫ ਆਰਮਡ ਫੋਰਸ ਆਫਸਰ, IAS IPS, ਉਹਦੇ ਵਿੱਚ ਵਿਸ਼ਵਾਸ ਰੱਖੀਏ ਔਰ ਆਪਣੇ ਆਪ ਨੂੰ ਇਹੋ ਜਿਹਾ ਅਸੀਂ ਬਣਾਈਏ। ਉਹ ਕਹਿੰਦੇ ਨਾ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਕੇ ਪਹਿਲੇ ਖੁਦਾ ਪੁੱਛੇ ਤੇ ਬਤਾ ਤੇਰੀ ਰਜ਼ਾ ਕਿਆ ਹੈ। ਆਪਣੇ ਆਪ ਨੂੰ ਉੱਪਰ ਉਠਾਓ ਤਾਂ ਕਿ ਸਾਡਾ ਨੰਬਰ ਆਪੇ ਹੀ ਜ਼ਿਆਦਾ ਆ ਜਾਏ ਉਹਦੇ ਵਿੱਚ, ਨਾ ਕਿ ਅਸੀਂ ਮੰਗੀਏ ਕਿਸੇ ਤੋਂ। ਹਾਂ, ਠੀਕ ਹੈ। ਮਨਜੀਤ ਕੋਟ ਫਤਿਹਵਾਲ, ਇੱਕ ਸਵਾਲ ਕਰਨਾ ਚਾਹੂੰਗਾ। ਦਲਜੀਤ ਚੀਮਾ ਜੀ ਵੱਲੋਂ ਵੀ ਚੱਕਿਆ ਗਿਆ ਕਿ ਕਿਤੇ ਨਾ ਕਿਤੇ ਜਿਹੜਾ ਸਟਰਕਚਰ ਕ੍ਰੀਏਟ ਕੀਤਾ ਜਾ ਰਿਹਾ ਉਸ ਦਾ ਵੀ ਜਵਾਬ ਜ਼ਰੂਰ ਦਿਓ। ਮੇਰੇ ਵੱਲੋਂ ਵੀ ਇੱਕ ਸਵਾਲ ਹੈ, ਜੇਕਰ ਕੱਲ ਹਿੰਦੂ CM ਬਣਦਾ ਹੈ ਪੰਜਾਬ ਦਾ, ਤੁਸੀਂ ਬਰਦਾਸ਼ਤ ਕਰੋਗੇ? ਸਰ ਇਹ 'ਚ ਇਤਰਾਜ਼ ਕੀ ਹੈ ਹਿੰਦੂ ਬਣਨ 'ਚ? ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਹਿੰਦੂ ਮੁੱਖ ਮੰਤਰੀ ਨਹੀਂ ਬਣ ਸਕਦਾ ਜਾਂ ਹਿੰਦੂ ਨੂੰ ਕਿਉਂ ਲਗਾਇਆ ਗਿਆ। ਉੱਥੇ ਗੱਲ ਇਹ ਕਹੀ ਗਈ ਕਿ ਸਿੱਖਾਂ ਨੂੰ ਨੁਮਾਇੰਦਗੀ ਕਿਉਂ ਨਹੀਂ ਦਿੱਤੀ ਜਾਂਦੀ। ਉੱਥੇ ਤਾਂ ਕਿਤੇ ਵੀ ਨਹੀਂ ਕਿਹਾ। ਤੁਸੀਂ ਮੈਨੂੰ ਇੱਕ ਬਿਆਨ ਵੀ ਦੱਸੋ ਜਿੱਥੇ ਕਿਹਾ ਵੀ ਹਿੰਦੂ ਨੂੰ ਕਿਉਂ ਲਗਾਇਆ ਗਿਆ, ਇਸ਼ਾਰਾ ਤਾਂ ਉਸੇ ਪਾਸੇ ਚੱਲ ਜਾਂਦਾ ਨਾ। ਕੋਟ ਫਤਿਹਵਾਲ ਸਾਹਿਬ, ਇਸ਼ਾਰਾ ਤਾਂ ਉਹੀ ਬਣ ਗਿਆ ਨਾ, ਸਵਾਲ ਤਾਂ ਉਹੀ ਖੜਾ ਹੋ ਗਿਆ ਨਾ। ਸਰ ਪੰਜਾਬ 'ਚ ਇਕੱਲੇ ਹਿੰਦੂ ਨਹੀਂ ਰਹਿੰਦੇ, ਇਕੱਲੇ ਸਿੱਖ ਨਹੀਂ ਰਹਿੰਦੇ, ਇਕੱਲੇ ਮੁਸਲਮਾਨ ਨੇ, ਦਲਿਤ ਵੀ ਰਹਿੰਦੇ ਨੇ, ਈਸਾਈ ਵੀ ਰਹਿੰਦੇ ਨੇ। ਸੋ ਇਸ਼ਾਰਾ ਤਾਂ ਅਸੀਂ ਸੋਚਣਾ ਨਾ ਵੀ ਅਸੀਂ ਕੀ ਸੋਚ ਰਹੇ ਹਾਂ। ਕਿਤੇ ਵੀ ਇਹ ਨਹੀਂ ਕਿ ਹਿੰਦੂ ਸਿੱਖ ਜਾਂ ਹਿੰਦੂ ਮੁਸਲਮਾਨ ਹੀ ਕਿਉਂ ਹੁੰਦਾ, ਹੋਰ ਬਥੇਰੀਆਂ ਕਮਿਊਨਿਟੀ ਰਹਿੰਦੀਆਂ ਨੇ ਇੱਥੇ। ਸੋ ਸਾਡੇ ਦਿਮਾਗ 'ਚ ਭਰ ਗਿਆ ਕਿ ਜੇ ਕੁਝ ਕਰਨਾ ਤਾਂ ਹਿੰਦੂ ਸਿੱਖ, ਹਿੰਦੂ ਮੁਸਲਮਾਨ ਜਾਂ ਹਿੰਦੂ ਦਲਿਤ ਕਰ ਦਿਓ। ਸੋ ਕਹਿਣ ਦਾ ਭਾਵ ਇਹ ਨਹੀਂ ਸੀ ਕਿ ਕਿਸੇ ਨੂੰ ਨੁਮਾਇੰਦਗੀ ਕਿਉਂ ਦਿੱਤੀ ਗਈ। ਇਹ ਸਵਾਲ ਸੀ ਵੀ ਜੇ ਮੰਨ ਲਓ ਅੱਜ ਕੋਈ, ਜਦੋਂ ਸਾਡੇ ਕੋਈ ਨੈਸ਼ਨਲ ਲੀਡਰ, ਚਾਹੇ BJP ਦਾ, ਚਾਹੇ ਅਕਾਲੀ ਦਲ ਦਾ ਆਉਂਦਾ, ਚਾਹੇ ਕਾਂਗਰਸ ਦਾ, ਅਸੀਂ ਉਹਨੂੰ ਪਗੜੀ ਬੰਨ ਕੇ ਸਟੇਜ ਤੇ ਲੈ ਕੇ ਜਾਂਦੇ ਹਾਂ। ਤੁਸੀਂ ਆਮ ਵਰਤਾਰਾ ਦੇਖਿਆ ਹੋਵੇਗਾ। ਉਹਦਾ ਕਾਰਨ ਇਹ ਕਹਿੰਦਾ ਉਹ ਸਾਡੇ ਵਰਗਾ ਲੱਗੇ, ਲੋਕ ਉਹਨੂੰ ਆਪਣਾ ਸਮਝਣ, ਉਹਨੂੰ ਆਪਣਾ ਸਮਝ ਕੇ ਉਹ ਗੱਲਾਂ ਸੁਣ ਸਕਣ, ਉਹਦਾ ਗੱਲਾਂ ਦੇ ਪ੍ਰਭਾਵ ਪੈ ਸਕੇ। ਸੋ ਕਹਿਣ ਦਾ ਮਕਸਦ ਇਹ ਆ ਕਿ ਹਿੰਦੂ ਵੀ ਲੱਗਣ, ਹਿੰਦੂ ਹੈ, ਦਲਿਤ ਭਾਈਚਾਰਾ ਵੀ ਲੱਗੇ, ਮੁਸਲਮਾਨ ਵੀ ਲੱਗਣ, ਈਸਾਈ ਵੀ ਲੱਗਣ। ਹਾਂ, ਪਰ ਕਿਤੇ ਨਾ ਕਿਤੇ ਪੰਜਾਬ ਸਿੱਖਾਂ ਦੀ ਸਟੇਟ ਹੈ ਤਾਂ ਨੁਮਾਇੰਦਗੀ ਥੋੜੀ ਮੋਟੀ ਰੜਕਦੀ ਹੈ। ਤੁਸੀਂ ਐਂ ਦੇਖੋ ਪੰਜਾਬ ਵਿੱਚ ਕੜੇ ਲਹਾਏ ਜਾ ਰਹੇ ਨੇ, ਕਕਾਰ ਲਹਾਏ ਜਾ ਰਹੇ ਨੇ, ਫਿਰ ਗੱਲ ਕਰਨੀ ਬਣਦੀ ਹੈ ਨਾ। ਫਿਰ ਉਹ ਤਾਂ ਸਵਾਲ ਇਹ ਖੜਾ ਹੋ ਜਾਂਦਾ ਨਾ ਮਨਜੀਤ ਜੀ, ਸਵਾਲ ਫਿਰ ਇਹ ਖੜਾ ਹੋ ਜਾਂਦਾ ਹੈ ਕਿ ਤੁਸੀਂ ਸੱਤਾ ਦੇ ਵਿੱਚ ਵੀ ਰਹੇ ਹੋ, ਕੇਂਦਰ ਦੇ ਵਿੱਚ ਵੀ ਰਹੇ, ਉਦੋਂ ਇਹ ਕਾਨੂੰਨ ਕਿਉਂ ਨਹੀਂ ਬਣਾਏ ਗਏ? ਸਵਾਲ ਇਹ ਖੜਾ ਹੋ ਜਾਂਦਾ ਨਾ, ਤੁਹਾਡੇ ਵੀ ਤਾਂ ਸਿੱਖ ਨੁਮਾਇੰਦੇ ਸੀ। ਇਹਦਾ ਸੰਵਿਧਾਨ ਦੇ ਵਿੱਚ ਹੀ ਹੈ ਸਰ। ਹਰੇਕ ਵਿਅਕਤੀ ਨੂੰ ਆਜ਼ਾਦੀ ਹੈ ਕਿ ਉਹ ਆਪਦੇ ਧਾਰਮਿਕ ਚਿੰਨ੍ਹ ਪਹਿਨ ਸਕਦਾ, ਇਕੱਲੇ ਸਿੱਖਾਂ ਨੂੰ ਨਹੀਂ, ਮੁਸਲਮਾਨ ਵੀਰਾਂ ਨੂੰ ਵੀ ਹੈ, ਹਿੰਦੂਆਂ ਨੂੰ ਵੀ, ਈਸਾਈਆਂ ਨੂੰ ਵੀ ਹੈ। ਇਹ ਤਾਂ ਆਜ਼ਾਦੀ ਹੈ। ਮੈਂ ਉਹੀ ਤਾਂ ਕਹਿ ਰਿਹਾ ਨਾ, ਜੇ ਸਾਡੇ ਲੋਕਾਂ ਦੀ ਨੁਮਾਇੰਦਗੀ ਹੋਊਗੀ, ਸਿੱਖਾਂ ਦੀ, ਤਾਂ ਉਹ ਸਮਝਣਗੇ ਕਿ ਕਕਾਰਾਂ ਦੀ ਕੀ ਮਹੱਤਤਾ। ਜੇ ਹਿੰਦੂ ਵੀਰ ਸਮਝੂਗਾ ਕਿ ਇਹਦੀ ਕੀ ਮਹੱਤਤਾ,
ਜਦੋਂ ਅਸੀਂ ਦੇਖਦੇ ਆ ਕਿ ਅਸੀਂ ਬਾਹਰੋਂ ਲਿਆ ਕੇ ਬੰਦੇ ਲਗਾ ਦਿੰਨੇ ਆ, ਉਹਨਾਂ ਦਾ ਪੰਜਾਬ ਦੇ ਕਲਚਰ ਨਾਲ ਕੋਈ ਵਾਹ ਵਾਸਤਾ ਨਹੀਂ, ਸਿੱਖ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਪਿੰਡਾਂ ਦੇ ਲੋਕਾਂ ਨਾਲ ਕੋਈ ਵਾਹ ਵਾਸਤਾ ਨਹੀਂ, ਫਿਰ ਪਾਲਿਸੀਆਂ ਵੀ ਉਹੋ ਜਿਹਾ ਬਣਦੀਆਂ, ਲੋਕਾਂ ਦਾ ਵਿਵਹਾਰ ਵੀ ਉਹੋ ਜਿਹਾ ਹੀ ਹੁੰਦਾ। ਇੱਕ ਸਵਾਲ ਦਾ ਜਵਾਬ ਮੇਰਾ ਹੋਰ ਦੇ ਦਿਓ, ਤੁਸੀਂ ਜਿਸ ਤਰ੍ਹਾਂ ਦਲਜੀਤ ਚੀਮਾ ਜੀ ਵੱਲੋਂ ਕਿਹਾ ਗਿਆ ਕਿ ਮੈਰਿਟ ਦੇ ਆਧਾਰ ਤੇ ਸਭ ਕੁਝ ਹੋਣਾ ਚਾਹੀਦਾ ਹੈ ਜਾਂ ਕੋਟੇ ਦੇ ਆਧਾਰ ਤੇ ਹੋਣਾ ਚਾਹੀਦਾ, ਕਿਸ ਨੂੰ ਜ਼ਿਆਦਾ ਪ੍ਰਮੋਟ ਕਰਦੇ ਹੋ? ਚਰਨਜੀਤ ਜੀ, ਤੁਸੀਂ ਵੀ ਇਸ ਸਮਾਜ 'ਚ ਰਹਿੰਦੇ ਹੋ, ਅਸੀਂ ਦੇਖਦੇ ਹਾਂ ਨਿਆਂਪਾਲਕਾਂ ਦਾ ਕੀ ਹਾਲ ਆ। ਕਿੰਨੀ ਸੈਂਟਰ ਗਵਰਨਮੈਂਟ ਨੇ ਸਾਰੇ ਅਦਾਰੇ, RBI ਹੋਵੇ, ED ਹੋਵੇ, ਮੀਡੀਆ ਹੋਵੇ, ਚਾਹੇ ਅਦਾਲਤਾਂ ਹੋਣ, ਸਭ ਕਿਸਮ ਦੱਬ ਰੱਖਿਆ। ਇਹ ਸਵਾਲ ਉੱਥੋਂ ਹੀ ਪੈਦਾ ਹੋਇਆ। ਇਸ ਤੋਂ ਪਹਿਲਾਂ ਸਵਾਲ ਕਿਉਂ ਨਹੀਂ ਪੈਦਾ ਹੋਇਆ? ਕਿਉਂਕਿ ਇਸ ਤੋਂ ਪਹਿਲਾਂ ਮੈਰਿਟ ਦੇ ਆਧਾਰ ਤੇ ਲੋਕ ਆਉਂਦੇ ਸੀ। ਜਦੋਂ ਇਹਨਾਂ ਸਾਰੇ ਅਦਾਰਿਆਂ ਨੂੰ ਦਬਾਇਆ ਜਾ ਰਿਹਾ, ਇਹਨਾਂ ਸਾਰੇ ਅਦਾਰਿਆਂ ਦਾ ਮਿਸਯੂਜ਼ ਹੋ ਰਿਹਾ, ਉਦੋਂ ਹੀ ਸਵਾਲ ਉੱਠ ਕੇ ਆਏਗਾ। ਜਦੋਂ ਕੋਈ ਗੜਬੜ ਹੋਊਗੀ, ਜਦੋਂ ਕੋਈ ਐਕਸ਼ਨ, ਗਲਤ ਐਕਸ਼ਨ ਹੋਊਗਾ, ਉਹਦਾ ਰਿਐਕਸ਼ਨ ਆਉਣਾ ਬਣਦਾ ਹੀ ਬਣਦਾ। ਜੇ BJP ਕੇਂਦਰ ਸਰਕਾਰ ਕੁਝ ਗਲਤ ਕਰ ਰਹੀ ਆ, ਇਹਨਾਂ ਮੈਰਿਟਾਂ ਨਾਲ ਛੇੜਛਾੜ ਕਰ ਰਹੀ ਆ, ਤਾਂ ਆਬਵੀਅਸਲੀ ਆ ਕਿ ਇਹ ਸਵਾਲ ਉੱਠਣਗੇ। ਠੀਕ ਹੈ ਮਠਾੜੂ ਸਾਹਿਬ, ਮੈਂ ਤੁਹਾਨੂੰ ਸਿੱਧਾ ਸਵਾਲ ਕਰ ਦੇਣਾ ਚਾਹੁੰਦਾ। ਤੁਸੀਂ ਪਹਿਲੇ ਸਵਾਲ ਦੇ ਵਿੱਚ ਮੇਰੇ ਦਾ ਜਵਾਬ ਦਿੱਤਾ ਸੀ ਕਿ ਅਸੀਂ ਇੱਕ ਧਰਮ ਨਿਰਪੇਖਾਂ, ਸਾਡਾ ਧਰਮ ਇਹ ਕਹਿੰਦਾ ਹੈ, ਸਾਡਾ ਸਿੱਖ ਗੁਰੂ ਗ੍ਰੰਥ ਸਾਹਿਬ ਵੀ ਇਹੀ ਗੱਲ ਕਹਿੰਦਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਪਛਾਣਵੋ। ਪਰੰਤੂ ਸਵਾਲ ਤੁਹਾਡੇ ਤੇ ਕਿਤੇ ਨਾ ਕਿਤੇ ਵਿਰੋਧੀਆਂ ਵੱਲੋਂ ਖੜੇ ਜ਼ਰੂਰ ਕੀਤੇ ਜਾ ਰਹੇ ਨੇ, ਕਿਉਂਕਿ ਜਦੋਂ ਸੰਗਰੂਰ ਦੀ ਜਿਮਣੀ ਚੋਣ ਹੁੰਦੀ ਹੈ ਤੁਸੀਂ ਇੱਕ ਅਲੱਗ ਏਜੰਡੇ ਤੇ ਤੁਰਦੇ ਹੋ। ਉਸ ਏਜੰਡੇ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਜਿੱਤਦੇ ਨੇ, ਉਹਨਾਂ ਦੇ ਵੱਲੋਂ ਵੀ ਸਿੱਧੇ ਤੌਰ ਤੇ ਆਪਣਾ ਪਲੇਟਫਾਰਮ ਤਿਆਰ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਇਹ ਬਿਆਨ ਆਣੇ ਸ਼ੁਰੂ ਹੋ ਗਏ। ਇਹ ਕਿਤੇ ਨਾ ਕਿਤੇ ਤਾਲਮੇਲ ਜਿਹਾ ਲੱਗ ਰਿਹਾ। ਚਰਨਜੀਤ ਜੀ, ਗੱਲ ਪਤਾ ਕੀ ਹੈ, ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਆ, ਔਰ ਦੀਨ ਦੁਖੀਆਂ ਦੀ ਗੱਲ ਕੀਤੀ ਆ, ਗਰੀਬ ਦੀ ਗੱਲ ਕੀਤੀ ਆ, ਮਾਈਨੋਰਟੀ ਦੀ ਗੱਲ ਕੀਤੀ ਆ, ਫੈਡਰਲ ਸਟਰਕਚਰ ਦੀ ਗੱਲ ਕੀਤੀ ਆ, ਹਮੇਸ਼ਾ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਆ। ਇਹੀ ਅਨੰਦਪੁਰ ਸਾਹਿਬ ਦਾ ਮਤਾ। ਸੋ ਜਿਹੜੀ ਗੱਲ ਆਪਾਂ ਕਹਿੰਦੇ ਕਿ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਕਿ ਤੁਸੀਂ ਆਪਣੇ ਇੱਕ ਅਲੱਗ ਮੁੱਦੇ ਤੇ ਇਲੈਕਸ਼ਨ ਲੜੀ ਆ, ਉਹ ਇੱਕ ਉਹਨਾਂ ਦਾ ਅਧਿਕਾਰ ਹੈ, ਕਿਉਂਕਿ ਕਨਸਟੀਟਿਊਸ਼ਨਲ ਰਾਈਟ ਹੈ ਵੀ ਜਿਸ ਬੰਦੇ ਨੇ ਕਿਸੇ ਵੀ ਆਫੈਂਸ ਦੇ ਵਿੱਚ ਕੋਈ ਸਜ਼ਾ ਕੱਟ ਲਈ ਆ, ਪੂਰੀ ਸਜ਼ਾ ਕਰ ਲਈ ਆ, ਤਾਂ ਉਹਦਾ ਰਾਈਟ ਬਣਦਾ ਕਿ ਉਹਨੂੰ ਛੱਡਿਆ ਜਾਵੇ। ਉਹਨਾਂ ਨੇ ਸਜ਼ਾਵਾਂ ਤੋਂ ਵੱਧ ਸਜ਼ਾ ਜਿਹੜੀ ਹੈਗੀ ਉਹ ਕੱਟ ਚੁੱਕੇ ਨੇ। ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਹੀ ਏਜੰਡਾ ਸੀ ਕਿ ਦੇਸ਼ ਦੇ ਵਿੱਚ ਇੱਕ ਮੈਸੇਜ ਜਾਵੇ ਕਿ ਪੰਜਾਬ ਚਾਹੁੰਦਾ ਕਿ ਇਹ ਜਿਹੜੇ ਲੋਕ ਹੈਗੇ ਆ, ਬੰਦੀ ਸਿੰਘ ਹੈਗੇ ਆ, ਇਹਨਾਂ ਨੇ ਸਜ਼ਾਵਾਂ ਕੱਟ ਲਈਆਂ, ਵੱਧ ਸਜ਼ਾਵਾਂ ਕੱਟ ਲਈਆਂ, ਇਹਨਾਂ ਨੂੰ ਛੱਡਿਆ ਜਾਣਾ ਚਾਹੀਦਾ। ਇਹਨਾਂ ਦਾ ਰਾਈਟ ਬਣਦਾ, ਕੋਈ ਭੀਖ ਨਹੀਂ ਸੀ ਮੰਗ ਰਿਹਾ ਕੋਈ, ਇਹਨਾਂ ਦਾ ਰਾਈਟ ਬਣਦਾ ਹੈ ਕਿ ਜਦੋਂ ਸਜ਼ਾ ਕੱਟ ਚੁੱਕੇ ਆ ਉਹਨਾਂ ਨੂੰ ਕਰਨਾ ਚਾਹੀਦਾ, ਆਜ਼ਾਦ ਕਰਨਾ ਚਾਹੀਦਾ। ਦੂਜੀ ਗੱਲ ਤੁਸੀਂ ਕਰੀ ਸਿਮਰਜੀਤ ਸਿੰਘ ਮਾਨ ਦੀ, ਜਿਹੜਾ ਸਿਮਰਜੀਤ ਸਿੰਘ ਮਾਨ ਦਾ ਜਿੱਤਣ ਵਾਲੀ ਗੱਲ ਹੈਗੀ ਹੈ, ਉਹ ਕੁਝ ਕੁ ਇਹੋ ਜਿਹੇ ਫੈਕਟਰ ਨੇ, ਜਿਵੇਂ ਕਿ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈ ਆਪਾਂ, ਉਹ ਫੈਕਟਰ, ਦੀਪ ਸਿੱਧੂ ਦਾ ਫੈਕਟਰ, ਜਾਂ ਇਹ ਫੈਕਟਰ ਲਗਾ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਆਪਣੇ ਮੁੱਦੇ ਛੱਡ ਗਿਆ, ਜੇ ਉਹ ਜਿਸ ਤਰ੍ਹਾਂ ਦਾ ਇਹਨਾਂ ਨੇ ਪ੍ਰਚਾਰ ਕੀਤਾ, ਇਹਨਾਂ ਨੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ। ਬੰਦੀ ਸਿੰਘਾਂ ਦੀ ਗੱਲ ਤਾਂ ਸਿਮਰਜੀਤ ਸਿੰਘ ਮਾਨ ਨੂੰ ਵੀ ਕਰਨੀ ਚਾਹੀਦੀ ਸੀ। ਉਹਨਾਂ ਨੂੰ ਕਿਹਾ ਵੀ ਸੀ ਕਿ ਤੁਹਾਡੀ ਬੰਦੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਇੱਕ ਕਮੇਟੀ ਬਣਾ ਕੇ ਤੁਸੀਂ ਬੰਦੀ ਸਿੰਘਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਨੁਮਾਇੰਦਾ ਦਿਓ। ਸੋ ਇਹ ਗੱਲ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨੁਮਾਇੰਦਾ ਨਹੀਂ ਸੀ ਮਿਲ ਰਿਹਾ। ਉੱਥੇ ਜਿਸ ਤਰ੍ਹਾਂ ਦਾ ਪ੍ਰਚਾਰ ਹੋਇਆ ਕਿ ਇਹਨਾਂ ਕੋਲੇ ਨੁਮਾਇੰਦਾ ਨਹੀਂ ਸੀ, ਹੁਣ ਇਹ ਬੰਦੀ ਸਿੰਘਾਂ ਦੇ ਮੋਢਿਆਂ ਤੇ ਰੱਖ ਕੇ ਚਲਾਉਂਦੇ ਆ। ਅਗਰ ਪਹਿਲੇ ਇਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਮੁੱਦਿਆਂ ਦੀ ਗੱਲ ਨਹੀਂ ਕਰਦਾ, ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦਾ, ਆਪਣੇ ਪੰਥਕ ਏਜੰਡੇ ਨੂੰ ਛੱਡ ਗਿਆ। ਅਗਰ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਏਜੰਡੇ ਤੇ ਆਪਣੇ ਬੰਦੀ ਸਿੰਘਾਂ ਵਾਲੀ ਗੱਲ ਕੀਤੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜਿਹੜੇ ਕਹੇ ਹੋਏ ਸ਼ਬਦਾਂ ਤੇ ਫੁੱਲ ਚੜਾਏ, ਤਾਂ ਇਹਨਾਂ ਨੇ ਦੂਸਰੂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਜੀ ਮੋਢੇ ਤੇ ਰੱਖ ਕੇ ਚਲਾਉਂਦੇ ਆ, ਇਹਨਾਂ ਕੋਲ ਆਪਣਾ ਕੈਂਡੀਡੇਟ ਨਹੀਂ ਹੈ। ਸੋ ਇਹ ਲੋਕ ਨੇ ਜਿਹੜੇ, ਹੁਣ ਤੁਸੀਂ ਸਿਮਰਜੀਤ ਸਿੰਘ ਮਾਨ ਦੀ ਦੇਖੋ, ਜਿਸ ਦਿਨ ਦੇ ਉਹ ਜਿੱਤਿਆ, ਕਿਸ ਤਰ੍ਹਾਂ ਦੇ ਬਿਆਨ ਆ ਰਹੇ ਉਹਨਾਂ ਦੇ। ਕਦੇ ਭਗਤ ਸਿੰਘ ਬਾਰੇ ਉਹਨਾਂ ਨੇ ਕਹਿ ਦਿੱਤਾ ਕਿ ਉਹਨੂੰ ਮੈਂ ਸ਼ਹੀਦ ਨਹੀਂ ਮੰਨਦਾ, ਕਦੇ ਉਹ ਹਰਿਆਣੇ ਬਾਰੇ ਕਹਿੰਦੇ ਆ ਕਿ ਤੁਸੀਂ ਪੰਜਾਬੀ ਲਾਲੇ ਨੂੰ ਬਣਾ ਛੱਡਿਆ, ਕਦੇ ਕੁਛ ਕਹਿੰਦੇ ਆ ਉਹ ਨਵਾਂ ਹਿੰਦੂ ਸਿੱਖ ਵਾਲਾ ਬਿਆਨ ਦਾਗਦਾ। ਉਹਨਾਂ ਦਾ ਮਤਲਬ, ਉਹਨਾਂ ਦਾ ਆਪਣਾ ਏਜੰਡਾ ਕੋਈ ਨਹੀਂ ਹੈ। ਆਪਣਾ ਏਜੰਡਾ ਉਹਨਾਂ ਦਾ ਕੀ, ਮੈਂ ਪਿਕਚਰ ਦੇ ਵਿੱਚ ਕਿਸ ਤਰ੍ਹਾਂ ਰਹਿਣਾ, ਸਰਵਾਈਵ ਕਿਸ ਤਰ੍ਹਾਂ ਰਹਿਣਾ। ਸੋ ਇਹਨਾਂ ਗੱਲਾਂ ਦੇ ਵਿੱਚ ਪੈ ਕੇ ਹੁਣ ਹਿੰਦੂ ਸਿੱਖ ਵਾਲਾ ਏਜੰਡਾ ਚਲਾਤਾ। ਹਿੰਦੂ ਸਿੱਖ ਰਹਿਣਾ ਚਾਹੀਦਾ, ਸਿੱਖ ਹੋਣਾ ਚਾਹੀਦਾ, ਹਿੰਦੂ ਹੋਣਾ ਚਾਹੀਦਾ। ਨਾ ਹੀ ਤਾਂ ਸਾਡੇ ਪੰਜਾਬ ਦੇ ਕਿਸੇ ਹਿੰਦੂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਹੈ, ਇਹ ਨਾ ਹੀ ਸਾਡੇ ਕਿਸੇ ਪੰਜਾਬ ਦੇ ਸਿੱਖ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਕੌਣ ਹੋਣਾ ਚਾਹੀਦਾ, ਕੌਣ ਨਹੀਂ ਹੋਣਾ ਚਾਹੀਦਾ। ਸਾਰਿਆਂ ਨੂੰ ਪਤਾ ਲੋਕਤੰਤਰਿਕ ਤਰੀਕਾ, ਭਾਈਚਾਰਕ ਸਾਂਝ ਹੈਗੀ ਹੈ। ਇਹ ਕੁਝ ਕੁ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਸੋ ਇਹੀ ਗੱਲਾਂ ਅਸੀਂ ਵਾਰ-ਵਾਰ ਕਹਿੰਦੇ ਹੁੰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਉਹ ਲੋਕ ਕਰਦੇ ਆ ਜਦੋਂ ਕੋਈ ਮਾੜੀਆਂ ਸਰਕਾਰਾਂ, ਮਾੜੇ ਮੁੱਖ ਮੰਤਰੀ, ਮਾੜੀ ਸਰਕਾਰ ਪੰਜਾਬ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਲਗਾ ਲਓ,
ਬਣ ਜਾਂਦੀ ਹੈ। ਜਿਹੜੇ ਇਹ ਤਾਕਤਾਂ ਹੁੰਦੀਆਂ ਹਮੇਸ਼ਾ ਕੋਸ਼ਿਸ਼ ਦੇ ਵਿੱਚ ਹੁੰਦੀ ਹੈ ਕਿ ਹੁਣ ਮਾੜੀ ਸਰਕਾਰ ਹੈ ਤਾਂ ਜਿਹੜਾ ਤੁਸੀਂ ਇਹ ਹੁਣ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਛੇੜਨੇ ਸ਼ੁਰੂ ਕਰ ਦਿਓ, ਤਾਂ ਇਸ ਕਰਕੇ ਇਹ ਹੁਣ ਇਹ ਕਮਜ਼ੋਰ ਸਰਕਾਰ ਦੇ ਜਿਹੜੇ ਹੈਗੇ ਆ ਉਹਦੇ ਵਤੀਰੇ ਕਰਕੇ ਇਹ ਸਭ ਕੁਝ ਹੋ ਰਿਹਾ ਹੈ। ਮਠਾੜੂ ਸਾਹਿਬ ਇੱਕ ਰੋਕਣਾ ਚਾਹਾਂਗਾ। ਮਠਾੜੂ ਸਾਹਿਬ, ਜੇ ਕੱਲ ਕੋਈ ਹਿੰਦੂ ਚਿਹਰਾ ਸੀਐਮ ਬਣਦਾ ਹੈ ਪੰਜਾਬ ਦਾ ਤਾਂ ਉਸ ਤੇ ਕੀ ਸ਼੍ਰੋਮਣੀ ਅਕਾਲੀ ਦਲ ਸਵਾਲ ਉਠਾਏਗੀ ਜਾਂ ਜੋ ਲੋਕਾਂ ਦਾ ਜੋ ਮੰਡੇਟ ਹੈ ਉਸ ਨੂੰ ਐਕਸੈਪਟ ਕਰੇਗੀ? ਮੈਨੂੰ ਚਰਨਜੀਤ ਜੀ ਇੱਕ ਗੱਲ ਦੱਸੋ, ਹਮੇਸ਼ਾ ਹੀ ਅਸੀਂ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ। ਅਗਰ ਪੰਜਾਬ ਦੇ ਲੋਕਾਂ ਨੇ ਦੇਖਣਾ, ਪੰਜਾਬ ਦੀ ਜਨਤਾ ਨੇ ਦੇਖਣਾ, ਪੰਜਾਬ ਦੇ ਲੋਕਾਂ ਨੇ ਦੇਖਣਾ ਕਿ ਸਾਨੂੰ ਸੀਐਮ ਕਿਹੋ ਜਿਹਾ ਚਾਹੀਦਾ। ਹੁਣ ਲੋਕਾਂ ਨੇ ਕਿਹਾ ਕਿ ਸਾਨੂੰ ਭਗਵੰਤ ਮਾਨ ਸੀਐਮ ਚਾਹੀਦਾ, ਭਗਵੰਤ ਮਾਨ ਨੂੰ ਵੋਟਾਂ ਪਾਤੀਆਂ। ਉਸ ਤੋਂ ਪਹਿਲਾਂ ਬਾਦਲ ਸਾਹਿਬ ਦੀ ਗੱਲ ਚੱਲੀ ਵੀ ਬਾਦਲ ਸਾਹਿਬ ਚਾਹੀਦਾ, ਬਾਦਲ ਸਾਹਿਬ ਦੇ ਨਾਮ ਤੇ ਵੋਟਾਂ ਪਈਆਂ। ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਕੈਪਟਨ ਦੇ ਨਾਮ ਤੇ ਵੋਟਾਂ ਪਈਆਂ, ਕੈਪਟਨ ਦੇ ਨਾਮ ਤੇ ਵੋਟਾਂ ਪਾਤੀਆਂ ਲੋਕਾਂ ਨੇ, ਕੈਪਟਨ ਸੀਐਮ ਬਣ ਗਏ। ਅਗਰ ਕੋਈ ਅਜਿਹੀ ਗੱਲ ਹੋਊਗੀ, ਪੰਜਾਬ ਨੂੰ ਕੋਈ ਪ੍ਰੋਡਿਊਸ ਹੋਊਗਾ ਕਿ ਇਹ ਸੀਐਮ ਚਾਹੀਦਾ, ਚਾਹੇ ਕੋਈ ਹਿੰਦੂ ਜੈਂਟਲਮੈਨ ਹੈ, ਅਗਰ ਪੰਜਾਬ ਦੇ ਲੋਕ ਉਹਨਾਂ ਨੂੰ ਫਤਵਾ ਦਿੰਦੇ ਆ ਤਾਂ ਇਹਦੇ ਚ ਕਿਸੇ ਦਾ ਨਾ ਤਾਂ ਕਿਸੇ ਦਾ ਕੋਈ ਦੋਸ਼ ਹੈ, ਨਾ ਹੀ ਕੋਈ ਗਿਲਾ ਕਰ ਸਕਦਾ। ਅਗਰ ਪੰਜਾਬ ਦੇ ਵਿੱਚ ਕੋਈ ਸੀਐਮ ਚਿਹਰਾ ਦੇ ਕੇ ਕਿ ਸਾਡਾ ਹਿੰਦੂ ਸੀਐਮ ਚਿਹਰਾ ਹੋਣਾ ਚਾਹੀਦਾ ਹੈ, ਉਸ ਤੇ ਵੋਟਾਂ ਪੈਂਦੀਆਂ ਔਰ ਵਧੀਆ ਤਰੀਕੇ ਨਾਲ ਫਤਵਾ ਦਿੰਦੇ ਆ, ਤਾਂ ਫਿਰ ਇਹ ਤਾਂ ਲੋਕਤੰਤਰ ਹੈ ਨਾ, ਕੋਈ ਵੀ ਬਣ। ਇਹਦੇ ਚ ਕੀ ਹੈ, ਇਤਰਾਜ਼ ਕਰਨ ਵਾਲੀ ਇਹਦੇ ਚ ਕੀ ਗੱਲ ਹੈ? ਠੀਕ ਹੈ, ਪਰੰਤੂ ਸਵਾਲ ਇਹ ਖੜਾ ਹੋ ਜਾਂਦਾ, ਤੁਸੀਂ ਕਹਿ ਰਹੇ ਹੋ ਕਿ ਅਸੀਂ ਇਤਰਾਜ਼ ਨਹੀਂ ਕਰਦੇ, ਸਵਾਲ ਇਹ ਖੜਾ ਹੋ ਜਾਂਦਾ ਜਦੋਂ ਚੋਣਾਂ ਸਨ, ਭਾਵੇਂ ਉਹ 2017 ਦੀ ਸੀ, ਭਾਵੇਂ ਉਹ 2022 ਦੀ ਸੀ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਗੱਲ ਕੀਤੀ ਜਾਂਦੀ ਸੀ ਹਮੇਸ਼ਾ ਹਰ ਸਟੇਜ ਤੋਂ ਕਿ ਜੇਕਰ ਟੋਪੀ ਵਾਲੇ ਆ ਗਏ, ਆਮ ਆਦਮੀ ਪਾਰਟੀ ਨੂੰ ਉਦੋਂ ਟੋਪੀ ਨਾਲ ਸੰਬੋਧਨ ਕਰਿਆ ਜਾਂਦਾ ਸੀ ਕਿ ਜੇਕਰ ਉਹ ਆ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ ਜੋ ਧੜਾ ਹੋਵੇਗਾ, ਜੋ ਰਾਜ ਹੋਵੇਗਾ, ਉਹ ਇੱਕ ਪੰਜਾਬ ਤੋਂ ਜਿਹੜੀ ਪੰਜਾਬ ਦੀ ਆਪਣੀ ਸਟੈਂਡੇਬਲ ਕਮਿਊਨਿਟੀ ਹੈ ਉਸ ਤੋਂ ਦੂਰ ਹੋਵੇਗਾ। ਉਦੋਂ ਇਹ ਗੱਲਾਂ ਕਿਉਂ ਵਿਚਾਰੀ ਜਾਂਦੀਆਂ ਸੀ? ਨਹੀਂ, ਤੁਸੀਂ ਟੋਪੀ ਸ਼ਬਦ ਨੂੰ ਕਿਸੇ ਧਰਮ ਵਿਸ਼ੇਸ਼ ਧਰਮ ਨਾਲ ਜੋੜ ਰਹੇ ਹੋ ਜਾਂ ਮੈਂ ਕਹੂੰਗਾ ਹਿੰਦੂ ਧਰਮ ਨਾਲ ਥੋੜੋ। ਟੋਪੀ ਕਿਸੇ ਹਿੰਦੂ, ਇਹ ਥੋੜੋ ਕਿਸੇ ਬੰਦੇ ਨੇ ਟੋਪੀ ਲੈ ਲਈ ਤਾਂ ਉਸ ਧਰਮ ਦਾ ਹੋ ਗਿਆ। ਟੋਪੀ ਤਾਂ ਸਾਡੇ ਮੁਸਲਮਾਨ ਵੀਰ ਵੀ ਲੈਂਦੇ ਆ। ਟੋਪੀ ਦਾ ਮਤਲਬ ਸੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਲੁਟੇਰੀ ਟੀਮ ਸੀ ਜਿਹੜੀ ਪੰਜਾਬ ਦੇ ਵਿੱਚ ਦਿੱਲੀੋਂ ਚੱਲ ਕੇ ਆਈ ਸੀ, ਉਹ ਟੋਪੀਆਂ ਲੈ ਕੇ ਆਈ ਸੀ, ਉੱਪਰ ਲਿਖਿਆ ਸੀ ਮੈਂ ਆਮ ਆਦਮੀ ਹੂੰ, ਮੈਂ ਆਮ ਆਦਮੀ ਹੂੰ। ਉਹ ਲੋਕਾਂ ਦੀ ਗੱਲ ਕਰ ਰਹੇ ਸੀ, ਨਾ ਕਿ ਕਿਸੇ ਵਿਸ਼ੇਸ਼ ਧਰਮ ਦੀ ਗੱਲ, ਨਾ ਹੀ ਕਿਸੇ ਵਿਸ਼ੇਸ਼ ਧਰਮ ਦੀ ਗੱਲ ਉਦੋਂ ਕੀਤੀ ਹੈ। ਟੋਪੀਆਂ ਦੀ ਗੱਲ ਜਿਹੜੀ ਹੈਗੀ ਸੀ ਉਹ ਲੋਕਾਂ ਦੀ ਗੱਲ ਕੀਤੀ ਸੀ ਜਿਹੜੇ ਪੰਜਾਬ ਦੇ ਵਿੱਚ ਇੱਕ ਨਵੀਂ ਦਿੱਖ ਟੋਪੀਆਂ ਪਾ ਕੇ, ਔਰ ਉਹ ਟੋਪੀਆਂ ਤਾਂ ਸਾਡੇ ਸਿੱਖ ਵੀਰਾਂ ਨੇ ਵੀ ਲਈਆਂ ਸੀ। ਇੱਥੇ ਸਾਡੇ ਜਿਹੜੇ ਕਿ ਜਿਸ ਨਹੀਂ ਹੈ, ਸਾਡੇ ਸਿੱਖ ਵੀਰ ਹੈ ਜਿਨ੍ਹਾਂ ਦੇ ਪਿੱਛੇ ਸਿੰਘ ਲੱਗਦਾ, ਉਹਨਾਂ ਨੇ ਵੀ ਲਈਆਂ ਸੀ ਟੋਪੀਆਂ ਉਹਨਾਂ ਦੀਆਂ। ਆ ਜਿਹੜਾ ਇਹਨਾਂ ਦਾ ਐਮਐਲਏ ਦੇਵਮਾਨ ਕਲੀਨ ਸ਼ੇਵ ਹੁੰਦਾ ਸੀ, ਸਭ ਤੋਂ ਪਹਿਲਾਂ ਟੋਪੀ ਇਸ ਨੇ ਲਈ ਸੀ। ਇਹ ਜਿਹੜਾ ਟੋਪੀ ਨਾਲ ਕੋਈ ਧਰਮ ਥੋੜਾ ਬਣ ਜਾਂਦਾ ਅਗਰ ਕਿਸੇ ਬੰਦੇ ਨੇ ਟੋਪੀ ਲੈ ਲਈ। ਟੋਪੀ ਦਾ ਮਤਲਬ ਉਹ ਇੱਕ ਸਪੈਸ਼ਲ ਦਿੱਖ ਲੈ ਕੇ ਆਏ ਸੀ ਕਿ ਅਸੀਂ ਇਹ ਟੋਪੀਆਂ ਜਿਹੜੇ ਹੈਗੇ ਆ ਅਸੀਂ ਬਦਲਾਅ ਲੈ ਕੇ ਆਵਾਂਗੇ। ਉਸ ਟੋਪੀ ਦੀ ਗੱਲ ਕਰਦੇ ਸੀ, ਨਾ ਕਿ ਉਸ ਟੋਪੀ ਦਾ ਮਤਲਬ ਇਹ ਸੀ ਕਿ ਇਹ ਕਿਸੇ ਧਰਮ ਦੇ ਵਿਸ਼ੇਸ਼ ਹੈਗੇ ਆ। ਇਹ ਜੀ ਕੋਈ ਗੱਲ ਨਹੀਂ ਸੀ, ਨਾ ਹੀ ਉਦੋਂ ਦਾ ਇਹ ਕੋਈ ਪ੍ਰਚਾਰ ਹੋਇਆ ਸੀ। ਠੀਕ ਹੈ ਚੀਮਾ ਸਾਹਿਬ, ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਪਾਰਟੀਆਂ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਨੂੰ ਛੱਡ ਕੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਹੁਣ ਭੰਬਲ ਭੁੱਸੇ ਦੇ ਵਿੱਚ ਪਾਉਣ ਦੀ ਤਿਆਰੀ ਕਰ ਰਹੇ ਨੇ? ਕਿਉਂਕਿ ਪੰਜਾਬ ਸਿਰ ਕਰਜ਼ਾ ਬਹੁਤ ਹੈ। ਜੇਕਰ ਦੇਖਿਆ ਜਾਵੇ ਕੋਈ ਵੀ ਸਰਕਾਰ ਦੇ ਬਸ ਦੀ ਅਜੇ ਇੰਨੀ ਸੌਖੀ ਕੜੀ ਨਹੀਂ ਹੈ। ਆਮ ਆਦਮੀ ਪਾਰਟੀ ਸੱਤਾ ਤੋਂ ਪਹਿਲਾਂ ਤਾਂ ਬਹੁਤ ਕਹਿੰਦੀ ਸੀ ਕਿ ਜਦੋਂ ਅਸੀਂ ਆਵਾਂਗੇ ਰੰਗਲਾ ਪੰਜਾਬ ਬਣਾਵਾਂਗੇ, ਪਰੰਤੂ ਹੁਣ ਉਹ ਦਿਖ ਨਹੀਂ ਰਿਹਾ। ਕੀ ਲੱਗਦਾ ਤੁਹਾਨੂੰ ਇਹਨਾਂ ਬਿਆਨਾਂ ਨੂੰ ਦੇ ਕੇ ਕਿਤੇ ਨਾ ਕਿਤੇ ਸਿਆਸਤ ਘੁਮਾਈ ਤਾਂ ਨਹੀਂ ਜਾ ਰਹੀ? ਦੇਖੋ, ਇਸ ਤਰ੍ਹਾਂ ਹੁੰਦਾ ਜਦੋਂ ਕੋਈ ਵੀ ਚੀਜ਼ ਤੁਹਾਨੂੰ ਆਸਾਨ ਤੇ ਸਿੱਧਾ ਰਸਤਾ ਨਾ ਮਿਲ ਰਿਹਾ ਹੋਏ ਤੇ ਇਹ ਆਮ ਆਦਮੀ ਦੀ ਨੇਚਰ ਹੈ ਔਰ ਆਦਤ ਹੈ ਕਿ ਉੱਥੇ ਕਨਫਿਊਜ਼ਨ ਕ੍ਰੀਏਟ ਕਰ ਦਿਓ, ਕਿਆਸ ਕ੍ਰੀਏਟ ਕਰ ਦਿਓ। ਕਿਆਸ ਦੇ ਵਿੱਚੋਂ ਫਿਰ ਸਾਰੇ ਬੰਦੇ ਜਿਹੜੇ ਨਾ ਉਸੇ ਪਾਸੇ ਰੁੱਝ ਜਾਂਦੇ ਨੇ ਤੇ ਉਹਨਾਂ ਨੂੰ ਅਸਲੀ ਮੁੱਦੇ ਜਿਹੜੇ ਨਾ ਉਹ ਨੈਗਲੈਕਟ ਹੋ ਜਾਂਦੇ ਨੇ, ਇਗਨੋਰ ਹੋ ਜਾਂਦੇ ਨੇ, ਪਿੱਛੇ ਹੋ ਜਾਂਦੇ ਨੇ। ਪਰ ਮੈਂ ਇੱਕ ਗੱਲ ਕਰਨਾ ਚਾਹੁੰਦਾ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਮਠਾਰੂ ਸਾਹਿਬ ਗੱਲ ਕਰ ਰਹੇ ਸੀ, ਜਿਹੜੀ ਹੈ ਨਾ ਰਾਜਨੀਤੀ ਤੇ ਧਰਮ, ਇਹਨਾਂ ਦਾ ਬੈਲੈਂਸ ਇੱਕ ਬਹੁਤ ਹੀ ਔਖਾ ਕੰਮ ਹੈ ਜਿਹੜਾ ਕੋਸ਼ਿਸ਼ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਮੇਨਟੇਨ ਕਰਨ ਦੀ। ਪਰ ਜਦੋਂ ਥੋੜ੍ਹਾ ਜਿਹਾ ਇੱਧਰ ਜਾਂ ਉੱਧਰ ਹੁੰਦੇ ਨੇ ਤੇ ਉਹਦੇ ਵਿੱਚ ਪ੍ਰੋਬਲਮ ਆ ਜਾਂਦੀਆਂ ਨੇ ਔਰ ਇਹ ਸਸਟੇਨੇਬਲ ਰਾਜਨੀਤੀ ਨਹੀਂ ਹੁੰਦੀ। ਔਰ ਇਸੇ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਜੋ ਹਾਲਾਤ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ, ਹੋ ਸਕਦਾ ਇਸੇ ਕਰਕੇ ਹੋਏ ਹੋਣ ਕਿ ਇਹਨਾਂ ਨੇ ਸਿਰਫ ਇੱਕ ਪੰਥਕ ਏਜੰਡਾ ਲੈ ਕੇ, ਪੰਥ ਖਤਰੇ ਵਿੱਚ ਹੈ ਉਹਨੂੰ ਲੈ ਕੇ ਇਹਨਾਂ ਨੇ ਕੋਸ਼ਿਸ਼ ਕਰਦੇ ਰਹੇ ਔਰ ਉਹਦਾ ਰਿਜ਼ਲਟ ਉਹਨਾਂ ਨੇ ਦੇਖ ਲਿਆ ਵੀ ਕਿੱਥੇ ਪਹੁੰਚੇ ਨੇ। ਔਰ ਮੈਂ ਤੁਹਾਡੀ ਚੈਨਲ ਤੇ ਅੱਗੇ ਵੀ ਇੱਕ ਵਾਰੀ ਕਿਹਾ ਸੀ ਕਿ ਸ਼ਾਇਦ ਜੇ ਸੁਨੀਲ ਜਾਖੜ ਸਾਹਿਬ ਚੀਫ ਮਿਨਿਸਟਰ ਦਾ ਕੈਂਡੀਡੇਟ ਹੁੰਦੇ ਤੇ ਕਾਂਗਰਸ ਦੀ ਇਹ ਹਾਲਤ ਨਾ ਹੁੰਦੀ ਜੋ ਹੋਈ ਉਹਨਾਂ ਦੀ ਬਾਅਦ 'ਚ।
ਹੀ ਵਾਸ ਦੀ ਮੋਸਟ ਐਕਸੈਪਟੇਬਲ ਚੀਫ ਮਿਨਿਸਟਰੀਅਲ ਕੈਂਡੀਡੇਟ। ਉਹਨੂੰ ਕਿਸੇ ਕਰਕੇ ਜੋ ਵੀ ਹਾਲਾਤ ਰਹੇ ਹੋਣ, ਇਸ ਕਰਕੇ ਨਹੀਂ ਵੀ ਉਹ ਸਿੱਖ ਨਹੀਂ ਸਨ, ਹਿੰਦੂ ਸਨ, ਇਸ ਕਰਕੇ ਰਿਜੈਕਟ ਕੀਤਾ, ਹੋਰ ਵੀ ਕਈ ਕਾਰਨ ਹੋ ਸਕਦੇ ਨੇ ਔਰ ਤੁਹਾਨੂੰ ਪਤਾ ਉਹਨਾਂ ਦਾ। ਪਰ ਮੇਰਾ ਇਹ ਮੰਨਣਾ ਹੈ ਕਿ ਅੱਜ ਦੇ ਜ਼ਮਾਨੇ 'ਚ 2022 ਦੇ ਵਿੱਚ ਜਦੋਂ ਦੁਨੀਆ ਗਲੋਬਲਾਈਜ਼ਡ ਵਰਲਡ ਇਜ਼ ਵਨ, ਇੱਕ ਦੁਨੀਆ, ਉਹਦੀਆਂ ਅਸੀਂ ਗੱਲਾਂ ਕਰ ਰਹੇ ਹਾਂ। ਅਸੀਂ ਕਿਹਦੇ ਚੁਲਝੇ ਹੋਏ ਹਾਂ, ਕਿਹੜੀਆਂ ਮੁਸੀਬਤਾਂ ਨੂੰ ਅਸੀਂ ਜਿਹੜੀਆਂ ਇਗਨੋਰ ਕਰਕੇ ਤੇ ਅਸੀਂ ਵੀ ਫਲਾਣਾ ਹਿੰਦੂ ਹੈ ਤੇ ਫਲਾਣਾ ਸਿੱਖ ਹੈ। ਯਾਰ ਇਹ ਕੀ ਗੱਲ ਹੋਈ? ਪੰਜਾਬ ਦੇ ਵਿੱਚ ਜੇ ਥੋੜ੍ਹਾ ਬਹੁਤ ਫਰਕ ਹੈ ਪਾਪੂਲੇਸ਼ਨ ਦਾ ਦੋਨਾਂ ਧਰਮਾਂ ਦਾ, ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਪੰਜਾਬੀ ਇਕੱਠੇ ਹੋ ਕੇ ਨਹੀਂ ਚੱਲ ਸਕਦੇ ਸੀ। ਸਾਡੇ ਧਰਮ ਦੇ ਵਿੱਚ ਇੱਕ ਇਹ ਗੱਲ ਇੰਨੀ ਵੱਡੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿਖਾਈ ਸੀ ਕਿ ਤੁਸੀਂ ਇਨਸਾਨੀਅਤ ਸਾਰਿਆਂ ਤੋਂ ਵੱਡਾ ਧਰਮ ਹੈ ਔਰ ਯੂਨੀਵਰਸਲ ਬ੍ਰਦਰਹੁੱਡ। ਤੁਸੀਂ ਯੂਨੀਵਰਸਲ ਬ੍ਰਦਰਹੁੱਡ ਦੀਆਂ ਗੱਲਾਂ ਕਰਨੇ ਆ ਅਸੀਂ ਸਾਡੇ ਧਰਮ ਦੇ ਵਿੱਚ, ਤੇ ਇੱਥੇ ਆ ਕੇ ਅਸੀਂ ਦੋ ਧਰਮ ਜਿਹੜੇ ਨੇ ਇੱਕੋ ਸੂਬੇ ਦੇ ਜੇ ਇਕੱਠੇ ਰਹਿਣ ਦੇ ਉੱਤੇ ਸਾਨੂੰ ਤਕਲੀਫ ਹੈ। ਇਹ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਸਮਝਦਾ ਕਿ ਪੋਲੀਟੀਕਲ ਲੀਡਰਾਂ ਨੂੰ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ। ਉਹ ਇਹ ਦੱਸਣ ਕਿ ਦੇਖੋ ਬਈ ਸਾਡੇ 'ਚ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਉਹ, ਔਰ ਛੋਟੇ ਮੋਟੇ ਲੈਵਲ ਦੇ ਪੋਲੀਟੀਕਲ ਲੀਡਰ ਜਿਹੜੇ ਨੇ ਉਹ ਇਹੋ ਜਿਹੀਆਂ ਹੋਛੀਆਂ ਗੱਲਾਂ ਕਰਕੇ, ਇਹੋ ਜਿਹੀਆਂ ਗਲਤ ਗੱਲਾਂ ਕਰਕੇ ਲੋਕਾਂ ਦੇ ਵਿੱਚ ਭਰਮ ਤੇ ਲੋਕਾਂ 'ਚ ਅਵਿਸ਼ਵਾਸ ਪੈਦਾ ਕਰਨਾ, ਇਹ ਮੇਰਾ ਖਿਆਲ ਹੈ ਬੜੀ ਸ਼ਰਮ ਦੀ ਗੱਲ ਹੈ। ਤੇ ਇਹਨਾਂ ਨੂੰ ਅੰਦਰੋਂ ਮੇਰਾ ਖਿਆਲ ਹੈ ਜ਼ਮੀਰ ਮਰੀ ਹੋਏ ਜਿਹੜੇ ਇਨਸਾਨ ਦੀ ਜਾਂ ਜਿਸ ਲੀਡਰ ਦੀ, ਉਹ ਇਹੋ ਜਿਹੀਆਂ ਗੱਲਾਂ ਕਰ ਸਕਦਾ। ਤੁਸੀਂ ਗੱਲ ਕਰੋ ਇੱਥੇ ਇੰਪਲਾਇਮੈਂਟ ਕਿਵੇਂ ਜਨਰੇਟ ਕਰਨੀ ਹੈ, ਇੱਥੇ ਹੋਰ ਜੌਬਸ ਕਿਵੇਂ ਲਿਆਉਣੇ ਨੇ। ਜਿਹੜੇ ਅੱਛੇ ਮੁੱਦੇ ਜਿਹੜੀ ਆਮ ਆਦਮੀ ਪਾਰਟੀ ਕਰ ਰਹੀ ਹੈ, ਜਿਵੇਂ ਕੋਈ ਅੱਛੇ ਐਡਵਾਈਜ਼ਰ ਕਿਧਰੋਂ ਲਿਆਉਣੇ ਜਾਂ ਕਿਧਰੋਂ ਟੈਕਨੀਕਲ ਜਾਂ ਦੂਜੀ ਕਿਧਰੋਂ ਸਪੋਰਟ ਲੈਣੀ ਹੈ ਮੈਰਿਟ ਦੇ ਉੱਤੇ, ਉਹਨਾਂ ਗੱਲਾਂ ਨੂੰ ਸਪੋਰਟ ਕਰੋ ਔਰ ਹਰ ਗੱਲ ਨੂੰ ਲੈ ਕੇ ਅਸੀਂ ਅੱਗੇ ਚੱਲੀਏ ਤਾਂ ਕਿ ਪੰਜਾਬ ਜਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ, ਪੰਜਾਬ ਦਾ ਕਿੰਨੇ ਅਫਸੋਸ ਸ਼ਰਮ ਦੀ ਗੱਲ ਹੈ ਕਿ ਅਸੀਂ ਜਿਹੜਾ ਪੰਜਾਬ ਦੇਖਿਆ ਸੀ ਮੇਰੇ ਵਰਗਿਆਂ ਲੋਕਾਂ ਨੇ, ਪੁਰਾਣੀ ਜਨਰੇਸ਼ਨ ਵਾਲਿਆਂ ਨੇ, ਉਹ ਪੰਜਾਬ ਦੇ ਅਸੀਂ ਨੇੜੇ ਤੇੜੇ ਨਹੀਂ ਕਿਧਰੇ। ਉਹ ਪੰਜਾਬ ਤੋਂ ਅਸੀਂ ਇੰਨੇ ਦੂਰ ਹੋ ਗਏ ਕਿ ਸ਼ਰਮ ਆਉਂਦੀ ਹੈ। ਔਰ ਮੈਂ ਤਾਂ ਕਈ ਵਾਰੀ ਕਹਿੰਦਾ ਕਿ ਮੈਨੂੰ ਬਈ ਉਹ ਪੁਰਾਣਾ ਵਾਲਾ ਪੰਜਾਬ ਵਾਪਸ ਕਰ ਦਿਓ, ਮੈਨੂੰ ਨਵਾਂ ਪੰਜਾਬ ਨਹੀਂ ਚਾਹੀਦਾ ਜਿੱਥੇ ਸੜਕਾਂ ਬੜੀਆਂ ਚੌੜੀਆਂ ਹੋਣ, ਜਿੱਥੇ ਬਿਲਡਿੰਗਾਂ ਬੜੀਆਂ ਤਗੜੀਆਂ ਬਣੀਆਂ ਹੋਣ, ਪਰ ਜਿੱਥੇ ਜ਼ਮੀਰ ਨਾ ਹੋਏ ਲੋਕਾਂ ਦੀ, ਜਿੱਥੇ ਕੋਈ ਟਰਸਟ ਨਾ ਹੋਏ, ਜਿੱਥੇ ਇੱਕ ਦੂਸਰੇ ਦੇ ਵਿੱਚ ਭਰੋਸਾ ਨਾ ਹੋਏ ਇਨਸਾਨਾਂ ਨੂੰ, ਉਹੋ ਜਿਹਾ ਪੰਜਾਬ ਅਸੀਂ ਕੀ ਕਰਨਾ? ਇਹ ਮੇਰਾ ਖਿਆਲ ਹੈ ਸਾਰਿਆਂ ਨਾਲੋਂ ਵੱਡੀ ਰਿਸਪੌਂਸਿਬਿਲਿਟੀ ਹੈ ਪੋਲੀਟੀਕਲ ਲੀਡਰਸ਼ਿਪ ਦੀ, ਕਿਉਂਕਿ ਆਮ ਆਦਮੀ ਜਿਹੜਾ ਅਜੇ ਵੀ ਉਹ ਇਗਨੋਰੈਂਟ ਹੈ, ਅਨਪੜ੍ਹ ਵੀ, ਇਗਨੋਰੈਂਟ ਵੀ ਤੇ ਬੇਵਕੂਫੀ ਸਮਝ ਲਓ ਆਮ ਆਦਮੀ ਦੀ। ਅਸੀਂ ਇਹਨਾਂ ਲੋਕਾਂ ਦੇ ਪਿੱਛੇ ਚੱਲ ਪੈਂਦੇ ਹਾਂ ਬੇਵਕੂਫਾਂ ਵਾਂਗੂ, ਲਾਈਕ ਏ ਹਰਡ ਕਾਫ ਪਾਥ। ਸਾਰੀ ਦੁਨੀਆ ਜਾਂਦੀ ਹੈ, ਚਲੋ ਜੀ ਅਸੀਂ ਵੀ ਇਹਨਾਂ ਦੇ ਪਿੱਛੇ, ਉਹਨਾਂ ਦੀਆਂ ਗੱਲਾਂ ਮੰਨ ਕੇ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ। ਆਪਣੀ ਸੋਚ, ਇੰਡੀਪੈਂਡੈਂਟ ਸੋਚ ਰੱਖਣਾ ਹਰ ਵੋਟਰ ਨੂੰ। ਜੇ ਵੋਟਰ ਦੀ ਇੰਡੀਪੈਂਡੈਂਟ ਸੋਚ ਹੋਏ ਤੇ ਜਿਹੜਾ ਲੀਡਰ ਹੈ ਜਾਂ ਜਿਹੜਾ ਵੀ ਮੰਤਰੀ ਹੈ ਉਹ ਮਜਬੂਰ ਹੋ ਜਾਏਗਾ ਉਹ ਕਰਨ ਵਾਸਤੇ ਜਿਹੜਾ ਠੀਕ ਹੈ, ਜੇ ਤੁਸੀਂ ਠੀਕ ਹੋ ਤਾਂ। ਜੇ ਅਸੀਂ ਐਜ਼ ਏ ਵੋਟਰ ਹੀ ਅਸੀਂ ਕਰਪਟ ਹਾਂ, ਅਸੀਂ ਵੋਟਰ ਹੀ ਜਿਹੜੇ ਆ ਅਸੀਂ ਗੱਲ ਨਹੀਂ ਸਮਝਦੇ ਕਿ ਕੀ ਸਾਡੇ ਮੁੱਦੇ ਨੇ, ਕੀ ਸਾਡੀਆਂ ਪ੍ਰੋਬਲਮ ਨੇ, ਕੀ ਅਸੀਂ ਚਾਹੁੰਦੇ ਹਾਂ, ਵਾਟ ਡੂ ਵੀ ਵਾਂਟ ਫਰਮ ਪੰਜਾਬ, ਕੀ ਚਾਹੁੰਦੇ ਹਾਂ ਅਸੀਂ ਪੰਜਾਬ ਦੇ। ਪੰਜਾਬ ਇਸੇ ਤਰ੍ਹਾਂ ਹੀ ਹੋਰ 5 ਸਾਲ ਨਿਕਲ ਜਾਣ, 3 ਲੱਖ ਦੀ ਬਜਾਏ 4 ਲੱਖ ਕਰੋੜ ਹੋ ਜਾਏਗਾ, ਅਗਲਾ ਚੀਫ ਮਿਨਿਸਟਰ ਆ ਕੇ ਕਹੇਗਾ ਜੀ ਪਿਛਲੇ ਖਜ਼ਾਨੇ ਖਾਲੀ ਛੱਡ ਗਏ, ਮੈਂ ਕੱਖ ਨਹੀਂ ਕਰ ਸਕਦਾ। ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਇਹ ਚੀਜ਼। ਇਹਨੂੰ ਕਿਧਰੇ ਨਾ ਕਿਧਰੇ ਰੁਕਣਾ ਪਏਗਾ। ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਆਮ ਆਦਮੀ ਨੂੰ, ਪੰਜਾਬ ਦੇ ਨੂੰ, ਚਾਹੇ ਉਹ ਹਿੰਦੂ ਹੋਏ, ਚਾਹੇ ਸਿੱਖ ਹੋਏ, ਚਾਹੇ ਮੁਸਲਮਾਨ ਜਾਂ ਕਿਸੇ ਕਮਿਊਨਿਟੀ, ਜਿਹੜਾ ਪੰਜਾਬੀ ਹੈ, ਚਾਹੇ ਉਹ ਇੱਥੇ ਬੈਠਾ ਹੈ ਚਾਹੇ ਬਾਹਰ ਵੀ ਬੈਠਾ ਹੋਇਆ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਆਪਣੀ ਛੋਟੀ ਸੋਚ ਨੂੰ ਛੱਡ ਕੇ ਉਹਦੇ ਤੋਂ ਉੱਪਰ ਉਠੋ। ਪਲੀਜ਼ ਮਿਹਰਬਾਨੀ ਕਰਕੇ ਪੰਜਾਬ ਬਾਰੇ ਸੋਚੋ, ਪੰਜਾਬੀਅਤ ਬਾਰੇ ਸੋਚੋ। ਪੰਜਾਬ ਦਾ ਹਾਲਾਤ ਇੰਨੇ ਮਾੜੇ ਨੇ, ਇਹਨਾਂ ਨੂੰ ਠੀਕ ਕਰੋ, ਨਹੀਂ ਤੇ ਹੋਰ ਵੱਧ ਤੋਂ ਬਦਤਰ ਹੁੰਦੇ ਜਾਣਗੇ ਔਰ ਸਾਡੇ ਹੱਥ 'ਚ ਕੱਖ ਨਹੀਂ ਰਹੇਗਾ। ਠੀਕ ਹੈ ਕੋਟੇਵਾਲ ਸਾਹਿਬ, ਤੁਹਾਨੂੰ ਲਾਸਟ ਮੈਂ ਸਵਾਲ ਕਰੂੰਗਾ, ਇਸ ਤੋਂ ਬਾਅਦ ਲਾਸਟ ਹੀ ਤੁਹਾਡਾ ਰਿਐਕਸ਼ਨ ਹੋਏਗਾ। ਮੈਨੂੰ ਜਵਾਬ ਦੇ ਦਿਓ ਕਿ ਪੰਜਾਬ ਦੇ ਮੁੱਦੇ ਇਹੀ ਰਹਿ ਗਏ ਨੇ, ਜਿਸ ਤਰ੍ਹਾਂ ਚੀਮਾ ਸਾਹਿਬ ਵੱਲੋਂ ਕਿਹਾ ਗਿਆ ਕਿ ਕਿਤੇ ਨਾ ਕਿਤੇ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਵੀ, ਕਿਉਂਕਿ ਜਿਹੜੇ ਅਸਲ ਮੁੱਦੇ ਨੇ, ਜੋ ਪੰਜਾਬ ਸਿਰ ਇੱਕ ਕਰਜ਼ਾ ਹੈ, ਪੰਜਾਬ ਦੀ ਜੋ ਸਟੇਟ ਹੈ ਉਹ ਸਟੇਟਸ ਕਾਫੀ ਲੋ ਦੇ ਵਿੱਚ ਜਾ ਰਿਹਾ ਕਿਉਂਕਿ ਬੱਚੇ ਬਾਹਰ ਜਾ ਰਹੇ ਨੇ। ਜੇ ਮੈਂ ਥੋੜਾ ਪਿੱਛੇ ਜਾਵਾਂ, ਪਿਛਲੇ 30 ਸਾਲਾਂ ਦੇ ਵਿੱਚ ਅਸੀਂ 3 ਪੀੜ੍ਹੀਆਂ ਗਵਾ ਚੁੱਕੇ ਨੇ। ਇੱਕੋ ਪੀੜ੍ਹੀ ਸੀ ਜਿਸ ਨੂੰ ਅੱਤਵਾਦ ਵੀ ਕਿਹਾ ਜਾਂਦਾ, ਇੱਕ ਦਾਰੇ ਵੱਲੋਂ ਖੜਕਵਾਦ ਵੀ ਕਿਹਾ ਜਾਂਦਾ, ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਆਂਦਾ ਤੇ ਹੁਣ ਬੱਚੇ ਬਾਹਰ ਜਾਣਾ ਸ਼ੁਰੂ ਹੋ ਗਏ। ਕਿਤੇ ਨਾ ਕਿਤੇ ਇਹ ਸਾਰਾ ਕੁਝ ਡੀਰੇਲ ਕਰਨ ਵਾਲੀਆਂ ਗੱਲਾਂ ਤਾਂ ਨਹੀਂ ਚੱਲ ਰਹੀਆਂ? ਪੰਜਾਬ ਦੇ ਮੁੱਦੇ ਹੋਰ ਵੀ ਬਹੁਤ ਨੇ ਜਿਨ੍ਹਾਂ ਤੇ ਸਾਨੂੰ ਕਿਤੇ ਨਾ ਕਿਤੇ ਸਿਆਸਤ ਕਰਨੀ ਚਾਹੀਦੀ ਆ। ਦੇਖੋ ਚਰਨਜੀਤ ਜੀ, ਇਹ ਮੁੱਦਾ ਬਣਾਇਆ ਜਾ ਰਿਹਾ। ਜੇ ਤੁਸੀਂ ਗੱਲ ਕਰਦੇ ਪੰਜਾਬ ਦੇ ਪਿੱਛੇ ਜੇ ਮੱਤੇਵਾੜਾ, ਜਦ ਵੀ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ ਨੇ, ਕਾਂਗਰਸ ਫਿਰਦ ਨਹੀਂ ਹੈ। ਮੱਤੇਵਾੜਾ ਦਾ
ਚਾਹੇ ਉਹ ਮੱਤੇਵਾੜ ਦਾ ਮੁੱਦਾ ਸੀਗਾ, ਸਾਡੀ ਕਾਂਗਰਸ ਦੀ ਪੂਰੀ ਟੀਮ ਪਹੁੰਚੀ ਵਿਧਾਨ ਸਭਾ 'ਚ। ਦੇਖੋ ਤੁਸੀਂ, ਖਹਿਰਾ ਸਾਹਿਬ ਨੇ, ਬਾਜਵਾ ਸਾਹਿਬ ਨੇ, ਸਰ ਰਾਜਾ ਵੜਿੰਗ ਜੀ ਨੇ। ਉਹ ਜਿਹੜਾ ਮੁੱਦਾ ਤੁਸੀਂ ਕਹਿ ਰਹੇ ਹੋ ਉਹ ਕਾਂਗਰਸ ਦੇ ਸਮੇਂ ਆਇਆ ਸੀ, ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸੀ। ਮੈਂ ਕੈਪਟਨ ਅਮਰਿੰਦਰ ਸਿੰਘ ਅੱਜ ਕਿੱਥੇ ਨੇ ਫਿਰ? ਜੇ ਗਲਤ, ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ, ਜੋ ਜਿਸ ਵਿਅਕਤੀ ਨੇ ਗਲਤੀਆਂ ਕੀਤੀਆਂ ਉਹ ਭੁਗਤ ਚੁੱਕੇ ਨੇ। ਤੁਸੀਂ ਗੱਲ ਕਰ ਰਹੇ ਹੋ ਕਿ ਹੋਰ ਮੁੱਦੇ ਤੇ ਬੋਲਿਆ ਨਹੀਂ ਜਾ ਰਿਹਾ, ਮੈਂ ਉਸ ਗੱਲ ਦਾ ਜਵਾਬ ਦੇ ਰਿਹਾ ਕਿ ਖਹਿਰਾ ਸਾਹਿਬ ਨੇ ਸਿਰਫ ਇਹ ਕਿਹਾ ਕਿ ਸਿੱਖ ਹੋਣਾ ਚਾਹੀਦਾ। ਇਹਨੂੰ ਹਿੰਦੂ ਨਾਲ ਤੁਸੀਂ ਕਿਉਂ ਜੋੜਤਾ ਵੀ ਹਿੰਦੂ ਬਾਰੇ ਕਿਹਾ ਗਿਆ? ਇਹ ਅਸੀਂ ਜੋੜਿਆ ਨਾ, ਇਹ ਸਾਡੀ ਸੋਚ ਹੈ ਕਿ ਅਸੀਂ ਸਿੱਖ ਹਿੰਦੂ ਕਰਤਾ। ਉਹਨਾਂ ਨੇ ਸਿਰਫ ਕਿਹਾ ਕਿ ਸਿੱਖ ਵੀ ਹੋਣਾ ਚਾਹੀਦਾ, ਕੋਈ ਵੀ ਹੋਵੇ ਸਿੱਖ ਵੀ ਹੋਣਾ ਚਾਹੀਦਾ। ਦੂਸਰੀ ਗੱਲ, ਪੰਜਾਬ ਦੇ ਮੁੱਦੇ ਹਮੇਸ਼ਾ ਉਠਾਏ ਜਾਂਦੇ ਰਹੇ ਨੇ। ਜੇ ਇੱਕ ਤੁਹਾਡੇ ਸਾਹਮਣੇ ਬਿਆਨ ਆ ਗਿਆ, ਅਸੀਂ ਉਸ ਨੂੰ ਧਰਮ ਦੇ ਨਾਲ ਜੋੜ ਲਿਆ। ਮੈਂ ਚੀਮਾ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਉਸ ਪੱਖ ਤੋਂ ਸੋਚਦੇ ਹਾਂ ਜਿੱਥੇ ਅਸੀਂ ਬੈਠੇ ਹਾਂ। ਜੇ ਸਾਡੀ ਦੋ ਵਿਅਕਤੀਆਂ ਦੀ ਸੋਚ ਵੱਖਰੀ ਹੈ ਤਾਂ ਮਤਲਬ ਇਹ ਨਹੀਂ ਕਿ ਸਾਹਮਣੇ ਵਾਲਾ ਗਲਤ ਹੈ। ਉਹਨਾਂ ਨੇ ਜੋ ਆਪਣੀ ਗੱਲ ਕਹੀ ਹੈ, ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਕਿ ਸਿੱਖ ਵੀ ਹੋਣਾ ਚਾਹੀਦਾ। ਹਾਂ, ਜੇ ਅਸੀਂ ਇਹਨੂੰ ਸਿਰਫ, ਅਸੀਂ ਇਹ ਕਿਉਂ ਨਹੀਂ ਕਹਿ ਸਕੇ ਕਿ ਸਿੱਖ ਮੁਸਲਮਾਨ ਜਾਂ ਸਿੱਖ ਈਸਾਈ, ਕਿਉਂਕਿ ਪੂਰੇ ਦੇਸ਼ ਵਿੱਚ ਚੱਲ ਕੀ ਰਿਹਾ, ਹਿੰਦੂ ਮੁਸਲਮਾਨ, ਹਿੰਦੂ ਸਿੱਖ, ਹਿੰਦੂ ਮੁਸਲਮਾਨ, ਹਿੰਦੂ ਸਿੱਖ। ਸੋ ਇਹ ਜੋ ਰਾਜਨੀਤੀ ਹੈ, ਮੈਂ ਤੁਹਾਨੂੰ ਦੱਸ ਦਿਆਂ, ਸਾਡੇ ਸਾਥੀ ਬੋਲ ਰਹੇ ਸੀ ਅਕਾਲੀ ਦਲ ਦੇ, ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਡਿਪਟੀ ਸੀਐਮ ਦਲਿਤ ਬਣਾਵਾਂਗੇ, ਅਸੀਂ ਡਿਪਟੀ ਸੀਐਮ ਹਿੰਦੂ ਚਿਹਰਾ ਬਣਾਵਾਂਗੇ, ਕਿ ਉਹ ਧਰਮ ਦੀ ਰਾਜਨੀਤੀ ਨਹੀਂ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਮੁੱਦੇ ਉਠਾਏ ਕਿ ਅਸੀਂ ਡਿਪਟੀ ਸੀਐਮ ਹਿੰਦੂ ਬਣਾਵਾਂਗੇ, ਅਸੀਂ ਡਿਪਟੀ ਸੀਐਮ ਦਲਿਤ ਚ ਬਣਾਵਾਂਗੇ, ਕਿ ਉਹ ਧਰਮ ਦੀ ਰਾਜਨੀਤੀ ਨਹੀਂ ਸੀ। ਸੋ ਹਮੇਸ਼ਾ ਹੀ ਚੱਲਦਾ। ਤੁਸੀਂ ਦੇਖੋ ਕਿ ਹਰ ਇੱਕ ਪਾਰਟੀ ਸ਼ਹਿਰਾਂ ਵਿੱਚ ਹਿੰਦੂ ਚਿਹਰਾ ਕੈਂਡੀਡੇਟ ਦਿੰਦੀ ਆ, ਪਿੰਡਾਂ ਵਿੱਚ ਸਿੱਖ ਚਿਹਰਾ ਕੈਂਡੀਡੇਟ ਦਿੰਦੀ ਆ। ਇਹਦਾ ਕਾਰਨ ਹੁੰਦਾ ਕਿ ਜਿਸ ਤਬਕੇ ਦੀ ਵੋਟ ਜਿੱਥੇ ਵੱਧ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਅੱਜ ਕੋਈ ਵਿਅਕਤੀ ਨਹੀਂ ਭੱਜ ਸਕਦਾ, ਨਾ ਅਕਾਲੀ ਦਲ, ਨਾ ਆਮ ਆਦਮੀ ਪਾਰਟੀ, ਇਸ ਗੱਲ ਤੋਂ। ਇਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲਾਂ ਇਹਨਾਂ ਨੇ ਛੇੜੀਆਂ, ਤੁਹਾਨੂੰ ਯਾਦ ਹੋਣਾ, ਸੁਖਬੀਰ ਸਿੰਘ ਬਾਦਲ ਜੀ ਹੱਥ ਠੋਕ ਸਟੇਜਾਂ ਤੇ ਕਹਿੰਦੇ ਸੀ ਕਿ ਅਸੀਂ ਦਲਿਤ ਡਿਪਟੀ ਸੀਐਮ ਬਣਾਵਾਂਗੇ, ਅਸੀਂ ਹਿੰਦੂ ਡਿਪਟੀ ਸੀਐਮ ਬਣਾਵਾਂਗੇ। ਸਭ ਤੋਂ ਪਹਿਲਾਂ ਹਿੰਦੂ ਸਿੱਖ ਦੀ ਰਾਜਨੀਤੀ ਆਮ ਆਦਮੀ ਪਾਰਟੀ ਲੈ ਕੇ ਪੰਜਾਬ 'ਚ। ਰਾਘਵ ਚੱਡਾ ਜੀ ਬਿਆਨ ਕੋਟਾ ਸਾਹਿਬ, ਤੁਹਾਨੂੰ ਰੋਕਣਾ ਚਾਹਾਂਗਾ। ਮਨਜੀਤ ਜੀ, ਸਵਾਲ ਤਾਂ ਫਿਰ ਤੁਹਾਡੇ ਤੇ ਵੀ ਇਹ ਖੜੇ ਹੁੰਦੇ ਨੇ ਨਾ, ਜਿਹੜਾ ਇਹ ਕੋਟਾ ਸਿਸਟਮ ਕ੍ਰੀਏਟ ਕੀਤਾ ਗਿਆ ਕਾਂਗਰਸ ਨੇ ਕੀਤਾ, ਸੈਂਟਰ ਗਵਰਨਮੈਂਟ ਨੇ ਇੱਕ ਕੋਟਾ ਬਣਾਇਆ, ਉਦੋਂ ਇਹ ਗੱਲਾਂ ਕਿਉਂ ਨਹੀਂ ਬਣਾਈ ਗਈਆਂ ਕਿ ਜਿਹੜੀ ਪਾਲਿਸੀ ਬਣਾਈ ਜਾਵੇ ਉਹ ਬਣਾਈ ਜਾਵੇ ਕਿਤੇ ਨਾ ਕਿਤੇ ਮੈਰਿਟ ਦੇ ਆਧਾਰ ਤੇ, ਕਿਤੇ ਨਾ ਕਿਤੇ ਉਹਦੀ ਇਨਕਮ ਦੇ ਆਧਾਰ ਤੇ, ਭਾਵੇਂ ਉਹ ਕਿੱਡਾ ਵੀ ਰਸੂਖ ਹੋਵੇ, ਜੇਕਰ ਉਸਦੀ ਇਨਕਮ ਡਾਊਨਫਾਲ ਦੇ ਵਿੱਚ ਹੈ ਤਾਂ ਉਸਨੂੰ ਕਿਤੇ ਨਾ ਕਿਤੇ ਰੈਵਨਿਊ ਸਪੋਰਟ ਹੋਣਾ ਚਾਹੀਦਾ, ਜੇ ਨਹੀਂ ਹੈ ਤਾਂ ਕਿਤੇ ਨਾ ਕਿਤੇ ਦੂਜੇ ਤਰ੍ਹਾਂ ਉਹਨੂੰ ਸਪੋਰਟ ਹੋਣਾ ਚਾਹੀਦਾ। ਇਹ ਕੇਂਦਰ ਲੈ ਕੇ ਆਈ ਹੈ ਨਾ। ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਜੀ ਚੀਮਾ ਸਾਹਿਬ, ਲਾਸਟ ਕਮੈਂਟ ਲਾਉਂਗਾ ਮੈਂ ਇੱਕ, ਤੁਸੀਂ ਪੰਜਾਬ ਤੋਂ ਬਾਹਰ ਨਿਕਲ ਕੇ ਦੇਖੋ, ਜੇ ਅਸੀਂ ਇੱਥੇ ਆਪਣੀ ਪਾਪੂਲੇਸ਼ਨ ਦੇ ਆਧਾਰ ਦੇ ਉੱਤੇ ਕੋਈ ਚੀਜ਼ਾਂ ਮੰਗਦੇ ਆ, ਤੇ ਜੇ ਤੁਸੀਂ ਪੰਜਾਬ ਤੋਂ ਬਾਹਰ ਨਿਕਲੋ ਤੇ ਜਿੰਨੇ ਵੀ ਹਿੰਦੁਸਤਾਨ ਦੇ ਅਦਾਰੇ ਨੇ, ਉਹ ਜਿੰਨੇ ਪਬਲਿਕ ਸੈਕਟਰ ਅੰਡਰਟੇਕਿੰਗਸ ਨੇ, ਦੂਜੀਆਂ ਜਿੰਨੀਆਂ ਵੀ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ, ਜੋ ਕੁਝ ਵੀ ਹੈ, ਉਹ ਸਾਰੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਜੇ ਤੁਸੀਂ ਪ੍ਰਪੋਰਸ਼ਨੇਟਲੀ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਮੰਗਦੇ ਹੋ ਕਿ ਅਸੀਂ ਇੱਥੇ ਸਾਡੇ ਅਸੀਂ ਜ਼ਿਆਦਾ, ਤੇ ਜੇ ਪੂਰੇ ਇੰਡੀਆ ਦੇ ਵਿੱਚ ਇਸੇ ਤਰ੍ਹਾਂ ਹੀ ਹੋਣ ਲੱਗ ਪਿਆ, ਉੱਥੇ ਅਸੀਂ ਕਿੱਥੇ ਜਾਵਾਂਗੇ? ਉੱਥੇ ਸਾਡੀ ਕੀ ਸਿਚੁਏਸ਼ਨ? ਚੀਮਾ ਸਾਹਿਬ ਗੱਲ ਦਰੁਸਤ ਕਰੋ। ਇਹ ਨਹੀਂ ਮੰਗਿਆ ਜਾ ਰਿਹਾ ਕਿ ਸਿੱਖਾਂ ਨੂੰ ਵੱਧ ਨੁਮਾਇੰਦਗੀ ਮਿਲੇ, ਜਿੱਥੇ ਦੂਜਿਆਂ ਨੂੰ ਨੁਮਾਇੰਦਗੀ ਮਿਲੇ ਉੱਥੇ ਸਿੱਖਾਂ ਨੂੰ ਮਿਲੇ। ਤੁਸੀਂ ਗੱਲ ਨੂੰ ਹੋਰ ਪਾਸੇ ਲਿਜਾ ਰਹੇ ਹੋ। ਪੂਰੇ ਹਿੰਦੁਸਤਾਨ ਦੇ ਵਿੱਚ ਫਿਰ ਪ੍ਰਪੋਰਸ਼ਨੇਟਲੀ ਐਕਸੈਪਟ ਕਰੋ, ਉੱਥੇ ਵੀ ਜੇ ਨਹੀਂ ਮਿਲਦੀਆਂ ਤੇ ਫਿਰ ਉਹਨਾਂ ਨੂੰ ਐਕਸੈਪਟ ਕਰਨਾ ਪਏਗਾ, ਕਿਉਂਕਿ ਪ੍ਰਪੋਰਸ਼ਨਲੀ ਅਸੀਂ ਘੱਟ ਨੰਬਰ ਆ। ਤੁਸੀਂ ਬਿਆਨ ਪਰ ਕਿਤੇ ਵੀ ਬਿਆਨ ਦਿਖਾਓ ਕਿ ਇਸ ਤਰ੍ਹਾਂ ਕਿਹਾ ਗਿਆ ਕਿ ਹਿੰਦੂਆਂ ਨੂੰ ਜਾਂ ਕਿਸੇ ਨੂੰ ਨੁਮਾਇੰਦਗੀ ਨਾ ਮਿਲੇ। ਅਸੀਂ ਕਹਿ ਰਹੇ ਹਾਂ ਕਿ ਸਿੱਖਾਂ ਨੂੰ ਵੀ ਮਿਲੇ, ਉਹਨਾਂ ਦੇ ਆਪਣੇ ਸੂਬੇ ਦਾ ਘੱਟੋ ਘੱਟ ਮਿਲੇ ਨਾ। ਠੀਕ ਹੈ। ਮਠਾੜੂ ਸਾਹਿਬ, ਲਾਸਟ ਕਮੈਂਟ ਲੈਣਾ ਚਾਹੂੰਗਾ ਤੁਹਾਡਾ। ਤੁਸੀਂ ਕਿਸ ਰਿਐਕਸ਼ਨ ਨਾਲ ਵੇਖ ਰਹੇ ਹੋ? ਕਿਤੇ ਨਾ ਕਿਤੇ ਅਕਾਲੀ ਦਲ ਚੁੱਪ ਤਾਂ ਹੈ, ਕਿਤੇ ਨਾ ਕਿਤੇ ਅਕਾਲੀ ਦਲ ਦੇ ਮਨ ਦੇ ਵਿੱਚ ਡਰ ਹੈ ਕਿ ਅਸੀਂ ਜਿਸ ਤਰ੍ਹਾਂ ਸੰਗਰੂਰ ਜਿਮਣੀ ਚੋਣ ਦੇ ਵਿੱਚ ਸਾਡੇ ਨਾਲ ਹੋਈ ਹੈ, ਜੇ ਅਸੀਂ ਇਸ ਮੁੱਦੇ ਤੇ ਕਿਤੇ ਨਾ ਕਿਤੇ ਸਿਆਸਤ ਕਰਾਂਗੇ ਤਾਂ ਕਾਫੀ ਜ਼ਿਆਦਾ ਬੈਕਫੁੱਟ ਤੇ ਜਾ ਸਕਦੇ ਹਾਂ। ਤੇ ਨਾਲ ਹੀ ਮੇਰਾ ਇਹ ਵੀ ਸਵਾਲ ਹੈ ਕਿ ਜੇਕਰ ਇਦਾਂ ਦੇ ਮੁੱਦੇ ਉੱਠਦੇ ਰਹਿਣਗੇ ਕੀ ਪੰਜਾਬ ਡਿਵੈਲਪ ਹੋ ਪਾਏਗਾ? ਚਰਨਜੀਤ ਜੀ, ਪਹਿਲੀ ਗੱਲ ਤਾਂ ਕਰਦੇ ਆਪਾਂ ਡਰ ਵਾਲੀ। ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਇਹ ਜਥੇਬੰਦੀ ਹੈ। ਕਦੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਸਰਕਾਰਾਂ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਹੀਂ, ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦੇ, ਪੰਜਾਬ ਪੰਥਕ ਏਜੰਡੇ ਔਰ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਔਰ ਪੰਜਾਬ ਦੇ ਜਿਹੜੇ ਮਤੇ ਹੈਗੇ ਆ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੀ ਗੱਲ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਸੰਘਰਸ਼ ਕੀਤੇ ਆ। ਅੱਜ ਕਾਂਗਰਸ ਦੇ ਬੁਲਾਰਿਆਂ ਨੇ ਕਹਿਤਾ ਕਿ ਤੁਸੀਂ ਕਿਹਾ ਕਿ ਹਿੰਦੂ ਡਿਪਟੀ ਸੀਐਮ ਹੋਊਗਾ, ਇਹ ਧਰਮ ਦੀ ਰਾਜਨੀਤੀ ਨਹੀਂ। ਮੈਂ ਇਹ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ, ਪੰਥਕ ਧਿਰ ਹੈ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆ। ਅਗਰ ਫਿਰ ਇੱਕ ਤਾਂ ਤੁਸੀਂ ਕਹਿੰਦੇ ਕਿ ਮੈਂ ਨਹੀਂ ਕਹਿ ਰਿਹਾ ਵੀ ਹਿੰਦੂਆਂ ਨੂੰ ਨੁਮਾਇੰਦਗੀ ਨਹੀਂ ਮਿਲਣੀ ਚਾਹੀਦੀ। ਅਗਰ ਸ਼੍ਰੋਮਣੀ ਅਕਾਲੀ ਦਲ ਨੇ
ਨਹੀਂ ਮਠਾਣ ਸਾਹਿਬ ਦਾ ਮੁੱਦਾ ਆ ਰਿਹਾ ਕੋਈ ਸਟੇਜਾਂ ਤੇ ਬੋਲਣ ਵਾਲੀ ਕੀ ਗੱਲ ਸੀ? ਤੁਸੀਂ ਕਹਿ ਰਹੇ ਹੋ ਤੁਸੀਂ ਵੋਟਰ ਅਟਰੈਕਟ ਹੀ ਕਰ ਰਹੇ ਹੋ ਨਾ, ਤੁਸੀਂ ਵੰਡ ਹੀ ਰਹੇ ਹੋ ਲੋਕਾਂ ਨੂੰ। ਸੁਣ ਲਓ ਕੋਈ ਨਹੀਂ, ਮੈਂ ਵਿੱਚ ਨਹੀਂ ਬੋਲਿਆ ਤੁਹਾਡੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਸੱਤਾ ਲਈ, ਤੁਸੀਂ ਸ਼ਿਵ ਸੈਨਾ ਨਾਲ ਵੀ ਸੰਗਠਨ ਕਰਦੇ ਹੋ ਸੱਤਾ ਲਈ, ਗਠਬੰਧਨ ਤੁਹਾਡਾ ਜਵਾਬ ਲੈ ਲੈਣ ਦਿਓ ਮਨਜੀਤ ਜੀ, ਜਵਾਬ ਲੈ ਲੈਣ ਜੀ। ਮੈਂ ਤੁਹਾਨੂੰ ਕਦੋਂ ਕਿਹਾ ਵੀ ਤੁਸੀਂ, ਮੈਂ ਤਾਂ ਇਹ ਗੱਲ ਕਹੀ ਹੈ, ਤੁਸੀਂ ਕਿਹਾ ਨਾ ਕਿ ਅਸੀਂ ਨਹੀਂ ਚਾਹੁੰਦੇ, ਅਸੀਂ ਕਿਦੋਂ ਕਿਹਾ ਬਈ ਹਿੰਦੂਆਂ ਨੂੰ ਨੁਮਾਇੰਦਗੀ ਨਾ ਮਿਲੇ? ਤੁਸੀਂ ਕਹੀ ਤਾਂ ਜਾਂਦੇ ਹੋ ਨਿਊਜ਼ ਚੈਨਲ ਦੇ ਉੱਪਰ ਕਿ ਇਹਨਾਂ ਨੇ ਕਿਹਾ ਵੀ ਡਿਪਟੀ ਸੀਐਮ ਹੈ ਜਿਹੜਾ ਉਹ ਹਿੰਦੂ ਨੂੰ ਬਣਾਵਾਂਗੇ, ਫਿਰ ਤੁਸੀਂ ਕਿਉਂ ਕਿਹਾ? ਇਹਦਾ ਮਤਲਬ ਕੀ ਹੋ ਗਿਆ? ਖਹਿਰਾ ਸਾਹਿਬ ਨੇ ਦਿੱਤਾ ਉਸ ਬਿਆਨ ਤੇ ਇਤਰਾਜ਼ ਕਿਉਂ? ਖਹਿਰਾ ਸਾਹਿਬ ਨੇ ਵੀ ਇਹੀ ਬਿਆਨ ਦਿੱਤਾ ਨਾ ਵੀ ਸਿੱਖ ਨੁਮਾਇੰਦੇ ਹੋਣੇ ਚਾਹੀਦੇ ਆ। ਮਨਜੀਤ ਜੀ ਜਵਾਬ ਲੈ ਲੈਣ ਦਿਓ, ਮਨਜੀਤ ਜੀ ਜਵਾਬ ਲੈ ਲੈਣ ਦਿਓ, ਜੇ ਕੋਈ ਰਿਐਕਸ਼ਨ ਹੋਏਗਾ ਮੈਂ ਜ਼ਰੂਰ ਲਵਾਂਗਾ। ਵੀ ਧਰਮ ਦੀ ਗੱਲ ਜਿਹੜੀ ਹੈਗੀ ਆ ਵੀ ਪਾੜੇ ਪਾਉਣ ਵਾਲੀ ਗੱਲ ਹੈ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ। ਇਹ ਗੱਲ ਕੀਤੀ ਹੈ ਤੁਹਾਡੀ ਜਿਹੜੀ ਸਭ ਤੋਂ ਪਹਿਲਾਂ ਮੁੱਖ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਉਹਨਾਂ ਨੇ ਗੱਲ ਕੀਤੀ ਹੈ। ਉਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ, ਸਿੱਖਾਂ ਦੀ ਨਸਲਕੁਸ਼ੀ ਕਰਵਾਈ ਰਾਜੀਵ ਗਾਂਧੀ ਨੇ। ਡੀਰੇਲ ਨਾ ਹੋਈਏ ਮਠਾੜੂ ਸਾਹਿਬ, ਆਪਾਂ ਡੀਰੇਲ ਨਾ ਹੋਈਏ, ਪਰਸਨਲ ਨਾ ਹੋਈਏ। ਬਾਦਲ ਸਾਹਿਬ ਨੇ ਚਿੱਠੀਆਂ ਨਸ਼ਰ ਹੋਈਆਂ ਨੇ, ਇੰਦਰਾ ਗਾਂਧੀ ਲਿਖਦੇ ਰਹੇ ਨੇ। ਮਾਤਾ ਰੱਖਿਆ ਕਰੋ, ਜੇ ਕਾਂਗਰਸ ਦੇ ਬੁਲਾਰੇ ਬਣ ਕੇ ਬਹਿਣਾ ਨਾ ਇੱਥੇ, ਸੁਣਦਾ ਮਾਦਾ ਰੱਖੋ। ਹਿੰਦੂ ਸਿੱਖ ਮੁੱਦੇ ਤੇ ਡਿਬੇਟ ਕਰਨੀ ਆ ਤੁਸੀਂ, ਇਹ ਹਿੰਦੂ ਸਿੱਖ ਮਨਜੀਤ ਜੀ ਤੁਹਾਡਾ ਰਿਐਕਸ਼ਨ ਮੈਂ ਜ਼ਰੂਰ ਲੈ ਲੂੰਗਾ, ਮੈਂ ਜ਼ਰੂਰ ਲੈ ਲੂੰਗਾ, ਉਹਨਾਂ ਨੂੰ ਗੱਲ ਕਰ ਲੈਣ ਦਿਓ। ਪਹਿਲਾਂ 1984 ਤੋਂ ਪਹਿਲਾਂ ਪੜ੍ਹ ਕੇ ਵੇਖ ਲਓ ਇਤਿਹਾਸ, ਵੱਧ ਅਧਿਕਾਰਾਂ ਦੀ ਗੱਲ ਹੋਇਆ ਕਰਦੀ ਸੀ, ਫੈਡਰਲ ਸਟਰਕਚਰ ਦੀ ਗੱਲ ਹੋਇਆ ਕਰਦੀ ਸੀ, ਪੰਜਾਬ ਦੇ ਪਾਣੀਆਂ ਦੀ ਗੱਲ ਹੋਇਆ ਕਰਦੀ ਸੀ। ਇਹ ਜਿਹੜੀ ਹਿੰਦੂ ਸਿੱਖ ਵਾਲੀ ਗੱਲ ਹੋਣੀ ਸ਼ੁਰੂ ਹੋਈ ਹੈ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ, ਜਦੋਂ ਸਿੱਖਾਂ ਦੇ ਨੌਜਵਾਨ ਲੜ ਕੇ ਭਟਕ ਗਏ। ਉਦੋਂ ਬਾਅਦ ਉਹਨਾਂ ਇਹ ਗੱਲ ਹੋਈ ਹੈ ਕਿ ਉਹਨਾਂ ਦੇ ਦੋ ਹਿਰਦੇ ਬਰੂੰਦਰੇ ਗਏ। ਇੰਦਰਾ ਗਾਂਧੀ ਨੇ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਔਰ ਨਸਲਕੁਸ਼ੀ ਦਿੱਲੀ ਦੇ ਵਿੱਚ ਹੋਈ, ਉਸ ਤੋਂ ਬਾਅਦ ਹਿੰਦੂ ਸਿੱਖ ਦੀ ਗੱਲ ਚੱਲੀ ਹੈ। ਉਸ ਤੋਂ ਪਹਿਲਾਂ ਪੰਜਾਬੀ ਤੇ ਪੰਜਾਬ ਦੀ ਗੱਲ ਤੇ ਪੰਜਾਬੀਅਤ ਦੀ ਗੱਲ ਹੋਇਆ ਕਰਦੀ ਸੀ। ਇਹ ਗੱਲ ਤੁਹਾਡੀ ਬਦੌਲਤ, ਇਹਦੀ ਜੜ ਜਿਹੜੀ ਹੈਗੀ ਆ, ਇਹਦੀ ਜੜ ਕਾਂਗਰਸ ਨੇ ਲਾਈ ਆ। ਅੱਜ ਤੁਸੀਂ ਕਹਿਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਿੰਦੂ ਸਿੱਖ ਚਿਹਰਾ ਕਹਿਤਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮੈਂ ਤਾਂ ਹੈਰਾਨ ਹੈ, ਤੁਸੀਂ ਅੱਜ ਗੱਲਾਂ ਕਰ ਰਹੇ ਹੋ ਸਿੱਖਾਂ ਦੀਆਂ, ਸਿੱਖਾਂ ਨੂੰ ਵੱਧ ਮਿਲਣੀ ਚਾਹੀਦੀ। ਔਰ ਪਾਰਟੀ ਕਿਹੜੀ ਹੈ? ਕਾਂਗਰਸ, ਜਿਹਨੇ ਸਭ ਤੋਂ ਵੱਧ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਦੁਸ਼ਮਣ ਜਮਾਤ ਸਿੱਖਾਂ ਦੀ ਹੈ। ਉਹ ਪਾਰਟੀ ਦੇ ਵਿੱਚ ਬਹਿ ਕੇ ਤੁਸੀਂ ਸਿੱਖਾਂ ਨੂੰ ਕਹਿ ਰਹੇ ਹੋ ਕਿ ਇੱਥੇ ਨੁਮਾਇੰਦਗੀ ਵੱਧ ਮਿਲਣੀ ਚਾਹੀਦੀ ਹੈ, ਘੱਟ ਮਿਲਣੀ ਚਾਹੀਦੀ ਹੈ। ਮੈਂ ਹੈਰਾਨ ਹੈ। ਅਗਰ ਸਿੱਖਾਂ ਦੀ ਗੱਲ ਕਰਨੀ ਹੈ, ਆਹ ਜਮਾਤ ਦੇ ਵਿੱਚੋਂ ਬਾਹਰ ਨਿਕਲ ਕੇ ਆਜ਼ਾਦ ਹੋ ਕੇ ਇਹ ਗੱਲ ਕਰੋ। ਇਸ ਤਰ੍ਹਾਂ ਨਹੀਂ ਗੱਲ ਹੁੰਦੀ ਕਿ ਤੁਸੀਂ ਉਸ ਪਾਰਟੀ ਤੇ ਬਹਿ ਕੇ ਸਿੱਖਾਂ ਦੀ ਗੱਲ ਕਰੋ। ਸਿੱਖਾਂ ਦੀ ਗੱਲ ਤੁਹਾਡੇ, ਜੇ ਤੁਸੀਂ ਇੱਥੇ ਕਰ ਵੀ ਗਏ ਨਾ, ਇਹ ਨਹੀਂ ਪਤਾ ਤੁਹਾਨੂੰ ਉੱਤੋਂ ਘੰਟੀ ਖੜਕ ਜੇ ਸਵੇਰੇ ਤੁਹਾਨੂੰ ਪਾਰਟੀ ਚੋਂ ਕੱਢ ਦੇਣਾ। ਠੀਕ ਹੈ, ਦਲਜੀਤ ਚੀਮਾ ਜੀ ਲਾਸਟ ਕਮੈਂਟ ਲੈਣਾ ਚਾਹੂੰਗਾ ਤੁਹਾਡਾ ਕਿ ਪੰਜਾਬ ਦੇ ਲੋਕ ਇੰਨੇ ਸੁਹਿਰਦ ਹੋ ਚੁੱਕੇ ਨੇ ਕਿ ਹੁਣ ਇਸ ਪਾੜੇ ਦੇ ਵਿੱਚ ਨਹੀਂ ਆ ਪਾਣਗੇ, ਇਸ ਆਗੜੇ ਦੇ ਵਿੱਚ ਨਹੀਂ ਫਸ ਪਾਣਗੇ। ਖਾਸ ਕਰਕੇ ਜਿਹੜਾ ਹਿੰਦੂ ਸਿੱਖ ਦਾ ਇੱਕ ਪੈਟਰਨ ਤਿਆਰ ਕੀਤਾ ਜਾ ਰਿਹਾ, ਉਹ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਇੱਕ ਪੱਤਰਕਾਰ ਲਹਿਜੇ ਨਾਲ ਕਿ ਕਿਤੇ ਨਾ ਕਿਤੇ ਰਾਜਨੀਤੀ ਕਿਤੇ ਹੋਰ ਪੱਧਰ ਨੂੰ ਲੈ ਕੇ ਜਾਣ ਦੀ ਤਿਆਰੀ ਹੈ। ਦੇਖੋ, ਪਹਿਲਾਂ ਤਾਂ ਮੈਂ ਇਹ ਮਾਫੀ ਮੰਗਾਂਗਾ ਇਹ ਕਹਿਣ ਤੋਂ ਪਹਿਲਾਂ ਮਠਾਰੂ ਸਾਹਿਬ ਤੋਂ, ਇਹ ਸ਼੍ਰੋਮਣੀ ਅਕਾਲੀ ਦਲ ਦੇ ਉਹ ਨੇ, ਕਿ ਮੈਨੂੰ ਲੱਗਦਾ ਹੈ ਕਿ ਮੈਂ ਤੇ ਵੇਖੀ ਹੈ ਕਿ ਜਦੋਂ ਪੰਜਾਬੀ ਸੂਬੇ ਦੀ ਐਜੀਟੇਸ਼ਨ ਸ਼ੁਰੂ ਹੋਈ ਸੀ ਤੇ ਜਨ ਸੰਘ ਤੇ ਅਕਾਲੀ ਦਲ, ਇਹ ਮੈਨੂੰ ਲੱਗਦਾ ਹੈ ਕਿ ਸ਼ੁਰੂਆਤ ਸਿੱਖ ਤੇ ਹਿੰਦੂ ਦੀ ਡਿਵਾਈਡ ਦੀ ਉਦੋਂ ਹੋਈ ਸੀ। ਉਹਦੇ ਬਾਅਦ ਇਹਨੂੰ ਕਿਸੇ ਨੇ ਇਹਨੂੰ ਸੀਨ ਦੀ ਕੋਸ਼ਿਸ਼ ਨਹੀਂ ਕੀਤੀ। ਪਾੜ ਉਦੋਂ ਪਹਿਲੇ ਸ਼ੁਰੂ ਹੋਏ, ਉਹਦੇ ਬਾਅਦ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਇਹਨੂੰ ਸੀਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਛਾ, ਮੈਂ ਪਟਾਰੀ ਸਾਹਿਬ ਆਪਣੀ ਗੱਲ ਕਹਿ ਰਿਹਾ, ਫਿਰ ਗੱਲ ਪੱਖ ਰੱਖ ਲੈਣ ਦਿਓ, ਮੈਨੂੰ ਮੇਰੀ ਆਪਣੀ ਸੋਚ ਹੈ, ਮੈਂ ਤੁਹਾਡਾ ਕਮੈਂਟ ਲੈ ਲੂੰਗਾ। ਅੱਛਾ, ਦੂਸਰਾ ਮੈਂ ਸਮਝਦਾ ਕਿ ਹੁਣ ਆਮ ਪੰਜਾਬੀ ਜਿਹੜਾ ਯੂਥ ਉਹਨਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਪੋਲੀਟੀਸ਼ੀਅਨ ਜਿਹੜਾ ਇਹ ਸਿਰਫ ਗੱਦੀ ਤੇ ਸਿਰਫ ਆਪਣੇ ਮੰਤਰੀ ਤੇ ਸਿਰਫ ਐਮਐਲਏ ਤੇ ਐਮਪੀ ਬਣਨ ਦੇ ਵਿੱਚ ਇੰਟਰਸਟਿਡ ਹੈ ਜਾਂ ਆਪਣੀਆਂ ਜੇਬਾਂ ਭਰਨ ਦੇ ਵਿੱਚ ਇੰਟਰਸਟਿਡ ਹੈ, ਆਮ ਪੋਲੀਟੀਸ਼ੀਅਨ। ਇਸ ਕਰਕੇ ਉਹ ਸਿਆਣਾ ਹੋ ਰਿਹਾ। ਔਰ ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਹਮੇਸ਼ਾ ਆਈ ਫੀਲ ਯੂਥ ਇਜ਼ ਦੀ ਬੈਸਟ ਹੋਪ ਫਾਰ ਪੰਜਾਬ ਐਂਡ ਇੰਡੀਆ। ਜੇ ਇਹ ਯੂਥ ਨੂੰ ਅਕਲ ਆ ਜੇ, ਜਿਹੜੀ ਮੇਰਾ ਖਿਆਲ ਹੈ ਹੌਲੀ ਹੌਲੀ ਆ ਰਹੀ ਹੈ। ਮੈਂ ਦੇਖਿਆ ਪੰਜਾਬ ਦੇ ਪਿੰਡਾਂ 'ਚੋਂ ਲੜਕੀਆਂ ਤੇ ਲੜਕੇ ਯੰਗ 18 20 ਸਾਲ ਦੇ ਇਹੋ ਜਿਹੇ ਉੱਠ ਰਹੇ ਨੇ ਜਿਨ੍ਹਾਂ ਦੇ ਵਿੱਚ ਪੋਲੀਟੀਕਲ ਜਜ਼ਬਾ ਇੰਨਾ ਸਿਆਣਾ ਤੇ ਮੈਚੁਰ ਹੈ ਕਿ ਮੈਨੂੰ ਕਈ ਵਾਰੀ ਸੁਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ ਬੱਚੇ ਨੇ।
ਜੇ ਇਹ ਲੋਕ ਉੱਪਰ ਉੱਠਣ ਔਰ ਉਹਨਾਂ ਨੂੰ ਮੌਕਾ ਮਿਲੇ ਔਰ ਜ਼ਿਆਦਾ ਲੋਕ ਰਾਜਨੀਤੀ ਵਿੱਚ ਆਉਣ, ਸਾਫ ਸੁਥਰੀ ਰਾਜਨੀਤੀ ਵਿੱਚ, ਮੈਨੂੰ ਬੜੀ ਉਮੀਦ ਹੈ, ਮੈਂ ਆਪਟੀਮਿਸਟਿਕ ਮੈਨ ਹਾਂ, ਮੈਨੂੰ ਬੜੀ ਉਮੀਦ ਹੈ ਕਿ ਪੰਜਾਬ ਦਾ ਫਿਊਚਰ ਬਹੁਤ ਵਧੀਆ ਬਣ ਸਕਦਾ ਹੈ। ਔਰ ਆਮ ਆਦਮੀ ਨੂੰ ਇਹ ਗੱਲ ਸਮਝਣੀ ਸ਼ੁਰੂ ਹੋ ਗਈ ਹੈ ਕਿ ਪੋਲੀਟੀਸ਼ੀਅਨ ਜਿਹੜਾ ਕਿਸੇ ਦਾ ਸਕਾ ਨਹੀਂ, ਇਹ ਸਕਾਊਂਡਰਲ ਨੇ, ਇਹ ਬਦਮਾਸ਼ ਨੇ, ਮਾੜੇ ਬੰਦੇ ਨੇ, ਆਮ ਪੋਲੀਟੀਸ਼ੀਅਨ। ਔਰ ਇਹਨਾਂ ਤੋਂ ਡਰ ਕੇ ਰਹੋ ਔਰ ਇਹਨਾਂ ਦੀ ਗੱਲ ਨਾ ਸੁਣੋ। ਜੇ ਇਹ ਗੱਲ ਸਮਝ ਲੱਗ ਗਈ ਅੱਜ ਦੀ ਯੂਥ ਨੂੰ, ਅੱਜ ਦੇ ਜਵਾਨ ਬੱਚਿਆਂ ਨੂੰ, ਤੇ ਮੇਰਾ ਖਿਆਲ ਹੈ ਪੰਜਾਬ ਦਾ ਭਵਿੱਖ ਬੜਾ ਸਾਫ਼ ਹੈ, ਬੜਾ ਵਧੀਆ। ਠੀਕ ਹੈ ਚੀਮਾ ਸਾਹਿਬ, ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਮਠਾੜੂ ਸਾਹਿਬ ਤੇ ਮਨਜੀਤ ਜੀ, ਤੁਹਾਡਾ ਵੀ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਤੇ ਨਾ ਕਿਤੇ ਜਿਸ ਤਰ੍ਹਾਂ ਸਿਆਸੀ ਧਿਰਾਂ ਦੇ ਵੱਲੋਂ ਆਪਣੇ ਆਪ ਨੂੰ ਡਿਫੈਂਡ ਜ਼ਰੂਰ ਕੀਤਾ ਗਿਆ, ਖਾਸ ਕਰਕੇ ਇਸ ਮੁੱਦੇ ਤੇ ਖੁੱਲ੍ਹ ਕੇ ਬੋਲਣ ਤੋਂ ਹਰ ਪਾਰਟੀ ਗੁੱਪ ਹੈ, ਕਿਉਂਕਿ ਸਵਾਲ ਸਿੱਧਾ ਹੋ ਜਾਂਦਾ ਹੈ, ਕਿਉਂਕਿ ਜੇਕਰ ਚੁੱਪੀ ਤੋੜੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਵੋਟ ਪ੍ਰਸ਼ਦ ਵੀ ਟੁੱਟਦਾ, ਕਿਉਂਕਿ ਸਿਆਸੀ ਪਾਰਟੀਆਂ ਵੋਟ ਪ੍ਰਸ਼ਦ ਦਾ ਲਾਹਾ ਲੈਣ ਦੇ ਲਈ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਸਿਆਸੀ ਚਾਲਾਂ ਚੱਲਦੀਆਂ ਨੇ। ਤੇ ਹੁਣ ਬਾਰੀ ਲੋਕਾਂ ਦੀ ਹੈ ਕਿ ਲੋਕ ਇਸ ਬਿਆਨ ਨੂੰ ਕਿਵੇਂ ਸਮਝਣਗੇ। ਜੇਕਰ ਇਸ ਬਿਆਨ ਦੇ ਵਿੱਚ ਫਸਦੇ ਨੇ ਤਾਂ ਕਿਤੇ ਨਾ ਕਿਤੇ ਕਿਸੇ ਹੋਰ ਤੱਕੜੀ ਨਾਲ ਤੋਲਿਆ ਜਾਵੇਗਾ, ਜੇਕਰ ਇਸ ਬਿਆਨ ਨੂੰ ਸਮਝ ਕੇ ਸੁਹਿਰਦ ਕੇ ਅੱਗੇ ਚੱਲਦੇ ਨੇ ਤਾਂ ਕਿਤੇ ਨਾ ਕਿਤੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਵੜਾਵਾ ਨਹੀਂ ਦਿੱਤਾ ਜਾਵੇਗਾ। ਸਿਆਸੀ ਪਾਰਟੀਆਂ ਵੀ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਗੁਰੇਜ਼ ਕਰਨਗੀਆਂ। ਇਸ ਦੇ ਨਾਲ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਅੱਜ ਦੀ ਡਿਬੇਟ ਦੇ ਵਿੱਚ ਸਿਆਸੀ ਧਿਰਾਂ ਵੱਲੋਂ ਆਪੋ ਆਪਣੀ ਗੱਲ ਰੱਖੀ ਗਈ ਆ, ਉਸ ਨਾਲ ਤੁਸੀਂ ਕਿੰਨੀ ਕੁ ਸਹਿਮਤੀ ਜਤਾਉਂਦੇ ਹੋ? ਕਿਵੇਂ ਉਹਨੂੰ ਡੀਰੇਲ ਦੇ ਤੌਰ ਤੇ ਦੇਖਦੇ ਹੋ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਮੁੱਦਿਆਂ ਦੇ ਤੌਰ ਤੇ ਸਮਝਦੇ ਹੋ? ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਦੇ ਸਕਦੇ ਹੋ। ਤੇ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।